हाँ जी, स्टार्ट करते हैं ਆਪਾਂ ਅੱਜ ਦਾ ਟੌਪਿਕ। ਆਪਾਂ ਅੱਜ ਸਟਾਰਟ ਕਰਾਂਗੇ ਆਪਣਾ ਪਾਰਲੀਮੈਂਟ। ਠੀਕ ਆ, ਵੈਸੇ ਆਪਾਂ ਇਹਨੂੰ ਬਿਲਕੁਲ ਨਵੇਂ ਸਿਰੇ ਤੋਂ ਹੀ ਸਟਾਰਟ ਕਰ ਰਹੇ ਹਾਂ ਟੌਪਿਕ ਨੂੰ, ਪਾਰਲੀਮੈਂਟ ਨੂੰ। ਬਟ ਫਿਰ ਵੀ ਮੈਂ ਇਹ ਚੀਜ਼ ਰਿਕਮੈਂਡ ਕਰੂੰਗਾ ਕਿ ਜੇ ਕਿਸੇ ਨੇ ਪਾਰਲੀਮੈਂਟ ਪਹਿਲਾਂ ਕਦੀ ਸਟਾਰਟ ਕੀਤਾ ਵੀ ਸੀ ਤਾਂ ਉਹਨੂੰ ਰੋਕਤਾ ਆਪਾਂ, ਤਾਂ ਕਿ ਆਪਾਂ ਨਵੇਂ ਸਿਰੇ ਤੋਂ ਪਾਰਲੀਮੈਂਟ ਟੌਪਿਕ ਜਿਹੜਾ ਹੈ ਇਹਨੂੰ ਪੋਲਿਟੀ ਦੀ ਸਟਾਰਟਿੰਗ ਤੋਂ ਮੰਨ ਕੇ ਇਹਨੂੰ ਸ਼ੁਰੂ ਕਰੀਏ ਆਪਾਂ। ਠੀਕ ਹੈ, ਬੇਸਿਕਲੀ ਪਾਰਲੀਮੈਂਟ ਦਾ ਮਤਲਬ ਕੀ ਹੈ, ਪਹਿਲਾਂ ਅਸੀਂ ਇਸ ਚੀਜ਼ ਨੂੰ ਸਮਝਦੇ ਹਾਂ। ਦੇਖੋ, ਜਦੋਂ ਅਸੀਂ ਆਪਣਾ ਕੌਨਸਟੀਟਿਊਸ਼ਨ ਪੜ੍ਹਦੇ ਹਾਂ ਨਾ, ਤਾਂ ਕੌਨਸਟੀਟਿਊਸ਼ਨ 'ਚ ਬੜਾ ਸਾਫ਼ ਅਤੇ ਸਪਸ਼ਟ ਲਿਖਿਆ ਹੈ ਕਿ ਇਸ ਦੇਸ਼ ਨੂੰ ਚਲਾਉਣ ਵਾਸਤੇ ਜਿਹੜਾ ਸਾਡਾ ਢਾਂਚਾ ਹੈ, ਸਰਕਾਰੀ ਢਾਂਚਾ ਹੈ, ਉਹਦੇ 3 ਅੰਗ ਹੋਣਗੇ, ਮਤਲਬ ਉਹਦੇ 3 ਔਰਗਨਸ ਹੋਣਗੇ। ਵੈਸੇ ਤਾਂ ਮੋਟੇ ਤੌਰ 'ਤੇ 4 ਔਰਗਨ ਮੰਨੇ ਜਾਂਦੇ ਆ, ਪਰ ਵੈਸੇ ਮੇਨ ਆਪਾਂ 3 ਔਰਗਨਸ ਦੀ ਹੀ ਗੱਲ ਕਰਦੇ ਹਾਂ, 3 ਅੰਗਾਂ ਦੀ ਹੀ ਗੱਲ ਕਰਦੇ ਹਾਂ ਇਸ ਦੇਸ਼ ਦੇ ਤੰਤਰ ਨੂੰ ਚਲਾਉਣ ਵਾਸਤੇ। ਸਭ ਤੋਂ ਪਹਿਲਾ ਢਾਂਚਾ ਹੁੰਦਾ ਹੈ ਲੈਜਿਸਲੇਚਰ। ਠੀਕ ਆ ਜੀ, ਦੇਖੋ ਸ਼ਬਦ ਜਿਹੜੇ ਆ ਨਾ ਉਹ ਅੱਜ ਸਮਝ ਲਓ ਤੇ ਕੰਮ ਆਉਣਗੇ। ਲੈਜਿਸਲੇਚਰ ਦਾ ਮਤਲਬ ਹੁੰਦਾ ਹੈ ਵਿਧਾਨ ਪਾਲਿਕਾ। ਇਹਨਾਂ ਦੀ ਇੰਗਲਿਸ਼ ਹੁੰਦੀ ਆ ਜਿਨ੍ਹਾਂ ਨੇ ਤੁਹਾਡੇ ਵਾਸਤੇ ਕਾਨੂੰਨ ਬਣਾਉਣੇ ਆ। ਦੇਖੋ, ਇੱਕ ਗੱਲ ਬੜੀ ਕਲੀਅਰ ਆ, ਇੱਕ ਦੇਸ਼ ਚੱਲਦਾ ਕਿਵੇਂ ਆ। ਸਭ ਤੋਂ ਪਹਿਲਾਂ ਕਾਨੂੰਨ ਬਣਦਾ ਹੈ, ਕਾਨੂੰਨ ਬਣਾਉਣ ਵਾਲੀ ਸੰਸਥਾ ਲਾਅ ਮੇਕਿੰਗ ਕਰਦੀ ਹੈ, ਫਿਰ ਉਸ ਕਾਨੂੰਨ ਨੂੰ ਲਾਗੂ ਕਰਵਾਉਣ ਵਾਲੀ ਸੰਸਥਾ ਕੰਮ ਕਰਦੀ ਆ ਲਾਅ ਇੰਪਲੀਮੈਂਟਿੰਗ ਏਜੰਸੀ, ਜਿਹਨੂੰ ਮੈਂ ਕਹਿ ਦਿੰਦਾ ਇੰਪਲੀਮੈਂਟ ਕਰਵਾਉਂਦੀ ਆ ਜਿਹੜੀ ਉਸ ਕਾਨੂੰਨ ਨੂੰ। ਜਿਹੜਾ ਉਸ ਤੋਂ ਬਾਅਦ ਕਾਨੂੰਨ ਦੀ ਇੰਪਲੀਮੈਂਟੇਸ਼ਨ 'ਚ ਜੇ ਕੋਈ ਵਾਧ ਘਾਟ ਹੋਈ ਆ, ਉਹ ਦਰਵਾਜ਼ਾ ਬੰਦ ਕਰਾਓ ਲਾਸਟ 'ਚ ਰਹਿ ਗਿਆ, ਜੇ ਕਾਨੂੰਨ ਦੇ ਇੰਪਲੀਮੈਂਟੇਸ਼ਨ 'ਚ ਕੋਈ ਵਾਧ ਘਾਟ ਹੋਈ ਆ, ਫਿਰ ਕੰਮ ਆਉਂਦਾ ਹੈ ਤੀਸਰੀ ਸੰਸਥਾ ਦਾ, ਨਿਆਂਪਾਲਿਕਾ ਦਾ, ਨਿਆਂ ਦੇਣ ਵਾਸਤੇ ਜੁਡੀਸ਼ਰੀ ਦਾ। ਜਿਹੜੀ ਸੰਸਥਾ ਲਾਅ ਮੇਕਿੰਗ ਕਰਦੀ ਆ ਉਹਨੂੰ ਕਹਿੰਦੇ ਆ ਲੈਜਿਸਲੇਚਰ, ਯਾਨੀ ਕਿ ਵਿਧਾਨ ਪਾਲਿਕਾ। ਜਿਹੜੀ ਲਾਅ ਨੂੰ ਇੰਪਲੀਮੈਂਟ ਕਰਾਉਂਦੀ ਆ ਉਹਨੂੰ ਕਹਿੰਦੇ ਆ ਐਗਜ਼ੈਕਟਿਵ, ਯਾਨੀ ਕਿ ਕਾਰਜਪਾਲਿਕਾ। ਜਿਹੜੀ ਕਿਸੇ ਵੀ ਵਾਧ ਘਾਟ 'ਚ ਸਾਨੂੰ ਨਿਆਂ ਦਿੰਦੀ ਆ, ਇਨਸਾਫ ਦਿੰਦੀ ਆ, ਜਸਟਿਸ ਦਿੰਦੀ ਆ, ਉਹਨੂੰ ਕਹਿੰਦੇ ਆ ਜੁਡੀਸ਼ਰੀ, ਯਾਨੀ ਕਿ ਨਿਆਂਪਾਲਿਕਾ। ਸਾਡੇ ਦੇਸ਼ ਦੇ ਵਿੱਚ ਇਹ ਤਿੰਨੇ ਸੰਸਥਾਨ ਕੰਮ ਕਰਦੇ ਆ, ਇੱਕ ਲੈਜਿਸਲੇਚਰ, ਦੂਜਾ ਐਗਜ਼ੈਕਟਿਵ, ਤੀਜਾ ਜੁਡੀਸ਼ਰੀ। ਹਾਂ, ਸਾਡੇ ਦੇਸ਼ 'ਚ ਕੰਮ ਕਿਵੇਂ ਕਰਦੇ ਆ, ਇਹ ਸੈਂਟਰ ਦੇ ਲੈਵਲ 'ਤੇ ਵੀ ਕੰਮ ਕਰਦੇ ਆ ਅਤੇ ਸਟੇਟ ਦੇ ਲੈਵਲ 'ਤੇ ਵੀ ਕੰਮ ਕਰਦੇ ਆ। ਤੁਸੀਂ ਕਹੋਗੇ ਆਹ ਕਿਵੇਂ ਕੰਮ ਕਰਦੇ, ਇਹ ਦੱਸਿਆ ਜਾਵੇ ਕਿ ਇਹ ਸੈਂਟਰ ਦੇ ਲੈਵਲ 'ਤੇ ਕਿਵੇਂ ਕੰਮ ਕਰਦੇ ਆ ਅਤੇ ਸਟੇਟ ਦੇ ਲੈਵਲ 'ਤੇ ਕਿਵੇਂ ਕੰਮ ਕਰਦੇ ਆ। ਮੈਂ ਸੈਂਟਰ ਦੇ ਲੈਵਲ ਦੀ ਗੱਲ ਕਰਦਾ। ਸੈਂਟਰ ਦੇ ਲੈਵਲ 'ਤੇ ਲੈਜਿਸਲੇਚਰ ਦਾ ਕੰਮ ਕਰਦੀ ਆ ਪਾਰਲੀਮੈਂਟ, ਸਾਡੀ ਸੰਸਦ ਜਿਹੜੀ ਕਾਨੂੰਨ ਬਣਾਉਂਦੀ ਹੈ। ਸੈਂਟਰ ਦੇ ਲੈਵਲ 'ਤੇ ਐਗਜ਼ੈਕਟਿਵ ਦਾ ਕੰਮ ਕਰਦੀ ਆ ਮੋਦੀ ਸਰਕਾਰ, ਜਿਹੜੀ ਉਸ ਕਾਨੂੰਨ ਨੂੰ ਲਾਗੂ ਕਰਾਉਂਦੀ ਹੈ। ਅਤੇ ਸੈਂਟਰ ਦੇ ਲੈਵਲ 'ਤੇ ਨਿਆਂ ਦਿੰਦੀ ਆ ਜੇ ਧੱਕਾ ਧੁੱਕਾ ਹੋ ਜੇ ਕੋਈ ਤਾਂ ਸੁਪਰੀਮ ਕੋਰਟ। ਗੱਲ ਸਮਝ ਆ ਗਈ। ਉੱਪਰਲੇ ਲੈਵਲ 'ਤੇ, ਸੈਂਟਰ ਦੇ ਲੈਵਲ 'ਤੇ ਤਿੰਨੇ ਅੰਗ 'ਚ ਕੌਣ ਕੌਣ ਕਿੱਥੇ ਫਿੱਟ ਪੈਂਦਾ, ਫਿੱਟ ਕਰਤਾ। ਹੁਣ ਸਟੇਟ ਲੈਵਲ 'ਤੇ ਆ ਜਾਓ। ਸਟੇਟ ਲੈਵਲ 'ਤੇ ਲਾਅ ਮੇਕਿੰਗ ਕਰਦੀ ਆ ਪੰਜਾਬ ਦੀ ਵਿਧਾਨ ਸਭਾ, ਪੰਜਾਬ ਸਟੇਟ ਲੈਜਿਸਲੇਟਿਵ ਅਸੈਂਬਲੀ, ਜਿਹੜੀ ਕਿ ਚੰਡੀਗੜ੍ਹ ਆ। ਪੰਜਾਬ ਦੀ ਵਿਧਾਨ ਸਭਾ, ਪੰਜਾਬ ਐਗਜ਼ੈਕਟਿਵ, ਕਾਨੂੰਨਾਂ ਨੂੰ ਇੰਪਲੀਮੈਂਟ ਕਰਾਉਂਦੀ ਹੈ ਭਗਵੰਤ ਮਾਨ ਦੀ ਸਰਕਾਰ। ਸਰਕਾਰ ਦਾ ਕੰਮ ਆ ਕਾਨੂੰਨ ਨੂੰ ਇੰਪਲੀਮੈਂਟ ਕਰਾਉਣਾ। ਅਤੇ ਹਾਂ, ਨਿਆਂ ਦੇਣ ਵਾਸਤੇ ਇੱਥੇ ਸੰਸਥਾ ਕੰਮ ਕਰਦੀ ਹੈ ਹਾਈ ਕੋਰਟ, ਅਤੇ ਹਾਈ ਕੋਰਟ ਦੇ ਥੱਲੇ ਹੋਰ ਕੰਮ ਕਰਨ ਵਾਲੀਆਂ ਅਦਾਲਤਾਂ। ਹਾਈ ਕੋਰਟ ਮੇਜਰ ਅਦਾਲਤ ਆ। ਦੱਸੋ ਜੀ, ਕਹਾਣੀ ਕਲੀਅਰ ਹੋ ਗਈ। ਇਟ ਮੀਨਸ ਇਸ ਤੋਂ ਅੱਗੇ ਚੱਲਦੇ ਹਾਂ ਜੀ ਆਪਾਂ। ਜੇ ਮੈਨੂੰ ਕੋਈ ਕਵੇ ਕਿ ਤੁਸੀਂ ਪਾਰਲੀਮੈਂਟ 'ਚ ਕੀ ਪੜ੍ਹਨਾ ਹੈ, ਮੈਂ ਪੜ੍ਹਨ ਲੱਗਾ ਇਹ ਟੌਪਿਕ ਇਹਨਾਂ 6 'ਚੋਂ ਕਿਹੜਾ ਹੈ, ਇਹ ਜਸਟ ਸੈਂਟਰ ਦਾ ਪਾਰਲੀਮੈਂਟ ਆ। ਫਿਰ ਸੈਂਟਰ ਦੀ ਸਰਕਾਰ ਆਊਗੀ, ਫਿਰ ਸੈਂਟਰ ਦੀ ਸੁਪਰੀਮ ਕੋਰਟ, ਫਿਰ ਸਟੇਟ ਦੀ ਵਿਧਾਨ ਸਭਾ, ਫਿਰ ਸਟੇਟ ਦੀ ਸਰਕਾਰ, ਫਿਰ ਸਟੇਟ ਦੀ ਹਾਈ ਕੋਰਟ। ਇਹਦਾ ਮਤਲਬ 6 ਚੈਪਟਰ ਤਾਂ ਸਿੱਧੇ ਸਿੱਧੇ ਹੋ ਗਏ ਆਪਣੇ। ਠੀਕ ਆ, ਲੈਜਿਸਲੇਚਰ ਦੋਵੇਂ ਲੈਵਲ 'ਤੇ ਆ। ਟਾਇਰ 1 ਲੈਵਲ ਕਿਹੜਾ ਹੈ, ਕੇਂਦਰ ਵਾਲਾ ਪਾਰਲੀਮੈਂਟ, ਅਤੇ ਥੱਲੜੇ ਲੈਵਲ 'ਤੇ ਕਿਹੜੀ ਆ, ਵਿਧਾਨ ਸਭਾ, ਸਟੇਟ ਲੈਜਿਸਲੇਟਿਵ ਅਸੈਂਬਲੀ। ਠੀਕ ਆ ਜੀ। ਹੁਣ ਇੱਕ ਗੱਲ ਬੜੀ ਕਲੀਅਰ ਆ, ਪਹਿਲਾਂ ਤਾਂ ਮੈਂ ਕੁਛ ਸ਼ਬਦਾਂ ਨਾਲ ਜਾਣ ਪਛਾਣ ਕਰਾਵਾਂ ਤੁਹਾਡੀ। ਵੈਸੇ ਵੀ ਮੈਂ ਪਹਿਲਾਂ ਹੀ ਇੱਕ ਗੱਲ ਕਹਿ ਚੁੱਕਿਆ ਕਿ ਐਪ ਦੇ ਵਿੱਚ ਵੀ ਆ ਅਤੇ YouTube 'ਤੇ ਵੀ ਇੱਕ ਚੈਪਟਰ ਆ ਸਾਡਾ ਪਾਰਲੀਮੈਂਟਰੀ ਸਿਸਟਮ, ਉਹਨੂੰ ਵੀ ਜ਼ਰੂਰ ਦੇਖਿਓ। ਜੋ ਮੈਂ ਇੱਥੇ ਕਰਾਊਂਗਾ ਉਹ ਆਪਣੇ ਆਪ 'ਚ ਕੰਪਲੀਟ ਆ, ਪਰ ਉਹ ਚੈਪਟਰ ਇਹਨੂੰ ਡਬਲ ਜਾਂ ਟ੍ਰਿਪਲ ਕਰ ਦੂਗਾ। ਉਸ ਚੈਪਟਰ ਦੀ ਵੀਡੀਓ ਦੇਖਣ ਤੋਂ ਬਾਅਦ ਹੀ ਜੇ ਤੁਸੀਂ ਇਸ ਚੈਪਟਰ ਦੀ ਵੀਡੀਓ ਦੇਖੋਗੇ ਤਾਂ ਬਹੁਤ ਜ਼ਿਆਦਾ ਕਲੈਰਿਟੀ ਆਊਗੀ। ਬਸ ਇੱਕ ਗੱਲ ਯਾਦ ਰੱਖਿਓ ਕਿ ਲੈਜਿਸਲੇਚਰ ਸ਼ਬਦ ਆ ਨਾ ਜਿਹੜਾ ਵਿਧਾਨ ਪਾਲਿਕਾ, ਲੈਜਿਸਲੇਚਰ ਦਾ ਮਤਲਬ ਹੁੰਦਾ ਕਾਨੂੰਨ ਬਣਾਉਣਾ। ਠੀਕ ਆ, ਸਾਡੇ ਦੇਸ਼ ਦੀ ਪਾਰਲੀਮੈਂਟ ਦਾ ਸਹੀ ਨਾਮ ਲੈਜਿਸਲੇਚਰ ਹੀ ਹੋਣਾ ਚਾਹੀਦਾ ਹੈ, ਕਿਉਂਕਿ ਇੱਥੇ ਕਾਨੂੰਨ ਬਣਦੇ ਆ। ਅਤੇ ਇਹ ਦੱਸੋ, ਇਹ ਜਿਹੜੀ ਕਾਨੂੰਨ ਬਣਾਉਣ ਵਾਲੀ ਸੰਸਥਾ ਸਾਡੀ, ਇਹ ਸੈਂਟਰ ਲੈਵਲ 'ਤੇ ਆ ਕਿ ਸਟੇਟ ਲੈਵਲ 'ਤੇ ਆ? ਸੈਂਟਰ ਲੈਵਲ 'ਤੇ। ਇਸ ਕਰਕੇ ਸਾਡੀ ਪਾਰਲੀਮੈਂਟ ਦਾ ਸਹੀ ਨਾਮ ਪਤਾ ਕੀ ਆ, ਸੈਂਟਰਲ ਲੈਜਿਸਲੇਚਰ। ਸੈਂਟਰਲ ਲੈਜਿਸਲੇਚਰ ਦਾ ਮਤਲਬ ਆ ਕੇਂਦਰੀ ਵਿਧਾਨ ਪਾਲਿਕਾ।
ਕੇਂਦਰੀ ਵਿਧਾਨ ਪਾਲਿਕਾ ਦਾ ਮਤਲਬ ਜਿੱਥੇ ਕੇਂਦਰ 'ਚ ਬੈਠੇ ਹੋਏ ਲੋਕ ਕਾਨੂੰਨ ਬਣਾਉਂਦੇ ਹਨ, ਠੀਕ ਆ। ਸਾਡੀ ਸੈਂਟਰਲ ਲੈਜਿਸਲੇਚਰ ਦਾ ਮਤਲਬ ਸਮਝ ਆ ਗਿਆ। ਅਸਲ 'ਚ ਕੀ ਆ, ਅਸੀਂ ਆਪਣੇ ਦੇਸ਼ ਵਾਸਤੇ ਥੋੜ੍ਹਾ ਜਿਹਾ ਸੌਖਾ ਕਰਤਾ ਹੈ। ਕਾਮਨ ਨਾਮ, ਆਮ ਨਾਮ ਤਾਂ ਹੈਗਾ ਸੈਂਟਰਲ ਲੈਜਿਸਲੇਚਰ। ਜਿਵੇਂ ਆਪਾਂ ਕਿਸੇ ਨੂੰ ਕਹਿ ਦਈਏ ਕਿ ਫਲਾਣਾ ਮੁੰਡਾ ਹੈ ਤੇ ਨਾਮ ਕੀ ਹੈ ਜੀ, ਰਾਮ ਸਿੰਘ, ਮੁੰਡਾ ਉਹਦਾ ਆਮ ਨਾਮ ਹੋ ਗਿਆ ਤੇ ਰਾਮ ਸਿੰਘ ਉਹਦਾ ਖਾਸ ਨਾਮ ਹੋ ਗਿਆ। ਜਿਵੇਂ ਆਪਾਂ ਕਹਿ ਦਿੰਦੇ ਆ ਕਾਮਨ ਨਾਊਨ, ਦੂਜੇ ਕਿਹੜੇ ਹੁੰਦੇ ਆ, ਪ੍ਰੋਪਰ ਨਾਊਨ, ਐਵੇਂ ਦਾ ਕੁਝ ਹੁੰਦਾ ਹੈ। ਆ ਸੈਂਟਰਲ ਲੈਜਿਸਲੇਚਰ ਇਹਦਾ ਖਾਸ ਆਮ ਨਾਮ ਆ। ਤੇ ਭਾਰਤ ਦੇ ਕੇਸ 'ਚ ਇਹਦਾ ਨਾਮ ਕੀ ਆ, ਪਾਰਲੀਮੈਂਟ। ਜਾਪਾਨ ਦੇ ਕੇਸ 'ਚ ਡਾਈਟ, ਕਿਸੇ ਕੇਸ 'ਚ, ਕਿਸੇ ਦੇਸ਼ 'ਚ ਦੂਮਾ ਕਹਿ ਦਿੰਦੇ ਆ। ਨੇਪਾਲ ਵਾਲੇ ਨੂੰ ਰਾਸ਼ਟਰੀ ਪੰਚਾਇਤ ਕਹਿ ਦਿੰਦੇ ਆ। ਉਹ ਮਾੜੇ ਤੇੜੇ ਪੇਪਰ 'ਚ ਤੇ ਅੱਜ ਬੈਂਕਾਂ ਬੁੰਕਾਂ ਵਾਲੇ ਤੇ ਆ ਵੀ ਪੁੱਛਣ ਲੱਗ ਪੈਂਦੇ ਆ ਕਿ ਫਲਾਣੇ ਦੇਸ਼ ਦੀ ਸੈਂਟਰਲ ਲੈਜਿਸਲੇਚਰ ਨੂੰ ਕੀ ਕਹਿੰਦੇ ਆ। ਉਹਨਾਂ ਨੂੰ ਤਾਂ ਐਡੇ ਟੈਲੈਂਟਡ ਹੁੰਦੇ ਆ ਬੈਂਕ ਵਾਲੇ, ਉਹਨਾਂ ਨੂੰ ਤਾਂ ਸਵਾਲ ਵੀ ਨਹੀਂ ਪੁੱਛਣਾ ਆਉਂਦਾ। ਉਹ ਸਵਾਲ ਪਤਾ ਕੀ ਪੁੱਛਦੇ ਆ ਕਿ ਉਸ ਦੇਸ਼ ਦੀ ਪਾਰਲੀਮੈਂਟ ਨੂੰ ਕੀ ਕਹਿੰਦੇ ਆ। ਕਿ ਭਲਿਓ ਲੋਕੋ, ਪਾਰਲੀਮੈਂਟ ਤੇ ਆਪ ਇੱਕ ਨਾਮ ਆ, ਠੀਕ ਆ। ਜਿਵੇਂ ਆਪਾਂ ਨੂੰ ਕਿਸੇ, ਆਪਾਂ ਦੁਕਾਨਦਾਰ ਨੂੰ ਜਾ ਕੇ ਕਹਿ ਦਈਏ ਕਿ ਕੋਲਗੇਟ ਦਈਓ, ਕੋਲਗੇਟ ਦਵੇ, ਨਹੀਂ ਉਹ ਪੈਪਸੂਡੈਂਟ ਦੇ। ਉਹ ਕਹੂਗਾ ਕਿ ਤੂੰ ਇਹ ਕਹਿਣਾ ਕਿ ਟੁੱਥਪੇਸਟ ਚਾਹੀਦੀ ਆ ਤੇ ਉਹ ਵੀ ਪੈਪਸੂਡੈਂਟ। ਤੂੰ ਉਹਨੂੰ ਇਹ ਕਹਿ ਰਿਹਾ ਕਿ ਕੋਲਗੇਟ ਦੇ, ਉਹ ਵੀ ਪੈਪਸੂਡੈਂਟ। ਕੋਲਗੇਟ ਤੇ ਆਪ ਟੁੱਥਪੇਸਟ ਦਾ ਨਾਮ ਆ, ਪਾਰਲੀਮੈਂਟ ਤੇ ਆਪ ਇੱਕ ਖਾਸ ਨਾਮ ਆ। ਤੁਸੀਂ ਕਿਸੇ ਨੂੰ ਕਹੋ ਕਿ ਬਈ ਨੇਪਾਲ ਦੀ ਪਾਰਲੀਮੈਂਟ ਨੂੰ ਕੀ ਕਹਿੰਦੇ ਆ, ਬੈਂਕਾਂ 'ਚ ਸਵਾਲ ਪੁੱਛਦੇ ਆ। ਇਹ ਤਾਂ ਬੈਂਕ ਵਾਲਿਆਂ ਦਾ ਉੱਥੋਂ ਹੀ ਲੈਵਲ ਪਤਾ ਲੱਗ ਜਾਂਦਾ ਕਿ ਉਹਨਾਂ ਕੋਲ ਜੀਕੇ ਦੇ ਕਿੱਡੇ ਕੁ ਤਗੜੇ ਐਕਸਪਰਟ ਬੈਠੇ ਆ। ਤੁਸੀਂ ਸਵਾਲ ਇਹ ਪੁੱਛੋ ਕਿ ਨੇਪਾਲ ਦੀ ਸੈਂਟਰਲ ਲੈਜਿਸਲੇਚਰ ਨੂੰ ਕੀ ਕਹਿੰਦੇ ਆ, ਰਸ਼ੀਆ ਦੀ ਸੈਂਟਰਲ ਲੈਜਿਸਲੇਚਰ ਨੂੰ ਕੀ ਕਹਿੰਦੇ ਆ, ਠੀਕ ਆ ਨਾ। ਤਾਂ ਫਿਰ ਤਾਂ ਮੰਨਿਆ ਵੀ ਇਹ ਸਵਾਲ। ਉਹ ਪਾਰਲੀਮੈਂਟ ਤਾਂ ਆਪਣੇ ਆਪ 'ਚ ਭਾਰਤ ਦੀ ਸੰਸਦ ਨੂੰ ਕਹਿੰਦੇ ਆ। ਜਾਂ ਤੁਸੀਂ ਐਵੇਂ ਪੁੱਛੋ ਕਿ ਜਿਹਨੂੰ ਭਾਰਤ 'ਚ ਪਾਰਲੀਮੈਂਟ ਕਹਿੰਦੇ ਉਹਨੂੰ ਨੇਪਾਲ 'ਚ ਕੀ ਕਹਿੰਦੇ ਆ, ਫਿਰ ਵੀ ਅਸੀਂ ਮੰਨੀਏ ਕਿ ਸਵਾਲ ਠੀਕ ਆ। ਖੈਰ ਆ ਜੋ ਕਿਸੇ 'ਚ ਕਮੀ ਆ ਗਈ ਉਹ ਕੱਢੀਏ, ਆਪਾਂ ਆਪਣਾ ਕੰਮ ਨਵੇੜੀਏ। ਪਰ ਇੱਕ ਗੱਲ ਦੱਸੋ, ਸੈਂਟਰਲ ਲੈਜਿਸਲੇਚਰ ਸਮਝ ਆ ਗਿਆ। ਸਾਡੇ ਦੇਸ਼ 'ਚ ਸੈਂਟਰਲ ਲੈਜਿਸਲੇਚਰ ਦਾ ਨਾਮ ਕੀ ਆ, ਪਾਰਲੀਮੈਂਟ। ਹਾਂ, ਸੈਂਟਰਲ ਲੈਜਿਸਲੇਚਰ 'ਚ ਅੱਗੇ ਸਾਡੇ ਦੋ ਹਾਊਸ ਨੇ। ਜਿੱਥੇ ਇੱਕ ਹਾਊਸ ਹੁੰਦਾ ਹੈ, ਠੀਕ ਆ, ਉਹਨੂੰ ਕਹਿੰਦੇ ਆ ਇੱਕ ਸਦਨੀ, ਯਾਨੀ ਕਿ ਯੂਨੀਕੈਮਰਲ। ਜਿਹੜੇ ਦੇਸ਼ 'ਚ ਕਾਨੂੰਨ ਦੋ ਜਗ੍ਹਾ ਤੇ ਬਣ ਕੇ ਆਉਂਦੇ ਆ ਉਹਨੂੰ ਕਹਿੰਦੇ ਬਾਈਕੈਮਰਲ, ਯਾਨੀ ਕਿ ਦੋ ਸਦਨੀ। ਸਾਡਾ ਦੇਸ਼ ਕੇਂਦਰ ਦੇ ਪੱਧਰ ਤੇ ਦੇਖਿਆ ਜਾਵੇ, ਸੈਂਟਰ ਦੇ ਐਂਗਲ ਤੋਂ ਦੇਖਿਆ ਜਾਵੇ ਤਾਂ ਦੋ ਸਦਨੀ ਆ, ਬਾਈਕੈਮਰਲ ਆ। ਇੱਥੇ ਦੋ ਨੇ, ਇੱਕ ਦਾ ਨਾਮ ਅਸੈਂਬਲੀ ਆ। ਕੀ ਨਾਮ ਆ, ਅਸੈਂਬਲੀ, ਤੇ ਦੂਜੇ ਦਾ ਨਾਮ ਕੌਂਸਲ ਆ। ਮਤਲਬ ਇੱਕ ਆ ਸੈਂਟਰਲ ਲੈਜਿਸਲੇਟਿਵ ਅਸੈਂਬਲੀ, ਇੱਕ ਆ ਸੈਂਟਰਲ ਲੈਜਿਸਲੇਟਿਵ ਕੌਂਸਲ। ਤੁਸੀਂ ਕਹੋਗੇ ਅਸੈਂਬਲੀ ਤੇ ਕੌਂਸਲ 'ਚ ਵੀ ਫਰਕ ਦੱਸ ਦਿਓ ਕੀ ਆ। ਅਸੈਂਬਲੀ ਤੇ ਕੌਂਸਲ 'ਚ ਸਭ ਤੋਂ ਵੱਡਾ ਫਰਕ ਇਹ ਆ, ਅਸੈਂਬਲੀ ਹੁੰਦੀ ਆ ਸਭਾ ਤੇ ਕੌਂਸਲ ਹੁੰਦੀ ਆ ਪਰਿਸ਼ਦ। ਕੀ ਹੁੰਦੀ ਆ, ਪਰਿਸ਼ਦ। ਅਸੈਂਬਲੀ ਜਿਹੜੀ ਸਿੱਧੇ ਤੌਰ ਤੇ ਲੋਕਾਂ ਦੁਆਰਾ ਚੁਣੀ ਜਾਵੇ ਤੇ ਕੌਂਸਲ ਜਿਹੜੀ ਅਪ੍ਰਤੱਖ ਤੌਰ ਤੇ ਇਨਡਾਇਰੈਕਟਲੀ ਲੋਕਾਂ ਦੁਆਰਾ ਚੁਣੀ ਜਾਵੇ। ਇਨਡਾਇਰੈਕਟਲੀ ਲੋਕ ਕਿਵੇਂ ਚੁਣਦੇ ਆ ਉਹ ਮੈਂ ਬਾਅਦ 'ਚ ਦੱਸਦਾ। ਬਟ ਇਹ ਦੱਸੋ, ਭਾਰਤ 'ਚ ਦੋ ਹਾਊਸ ਨੇ, ਸੈਂਟਰਲ ਲੈਜਿਸਲੇਟਿਵ ਅਸੈਂਬਲੀ ਤੇ ਸੈਂਟਰਲ ਲੈਜਿਸਲੇਟਿਵ ਕੌਂਸਲ। ਆਜ਼ਾਦੀ ਤੋਂ ਬਾਅਦ ਜਦੋਂ ਸਾਡਾ ਸੰਵਿਧਾਨ ਬਣਿਆ ਤਾਂ ਅਸੀਂ ਇਹ ਆਮ ਨਾਮ ਵਰਤਨੇ ਜ਼ਰੂਰੀ ਨਹੀਂ ਸਮਝੇ। ਅਸੀਂ ਇਹਨਾਂ ਦੀ ਜਗ੍ਹਾ ਤੇ ਖਾਸ ਨਾਮ ਲੈ ਕੇ ਆਏ। ਕਿਹੜੇ ਨਾਮ ਲੈ ਕੇ ਆਏ? ਇਹਦੇ ਵਾਸਤੇ ਅਸੀਂ ਨਾਮ ਲੈ ਕੇ ਆਏ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਲਈ ਹਾਊਸ ਆਫ ਪੀਪਲ। ਕੀ ਨਾਮ ਲੈ ਕੇ ਆਏ? ਹਾਊਸ ਆਫ ਪੀਪਲ। ਤੇ ਇਹਦੇ ਵਾਸਤੇ ਨਾਮ ਲੈ ਕੇ ਆਏ ਕੌਂਸਲ ਆਫ ਸਟੇਟਸ। ਕੀ ਨਾਮ ਲੈ ਕੇ ਆਏ? ਕੌਨਸਟੀਟਿਊਸ਼ਨ 'ਚ ਸਾਡੇ ਸੰਵਿਧਾਨ 'ਚ ਆਹੀ ਦੋ ਨਾਮ ਨੇ। 1955 'ਚ ਜਾ ਕੇ ਸਾਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਅਸੀਂ ਇਹਨਾਂ ਨੂੰ ਹਿੰਦੀ ਨਾਮ ਤਾਂ ਦਿੱਤੇ ਹੀ ਨਹੀਂ, ਪੂਰਾ ਸੰਵਿਧਾਨ ਹੀ ਅੰਗਰੇਜ਼ੀ 'ਚ ਚੇਪਤਾ। ਤੇ 1955 'ਚ ਜਾ ਕੇ ਫਿਰ ਅਸੀਂ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਨੂੰ ਨਾਮ ਦਿੱਤਾ, ਜਿਹੜਾ ਕੌਂਸਲ ਸੀਗਾ ਹਾਊਸ ਆਫ ਪੀਪਲ, ਉਹਨੂੰ ਅਸੀਂ ਹਿੰਦੀ ਨਾਮ ਦਿੱਤਾ ਲੋਕ ਸਭਾ। ਤੇ ਸੈਂਟਰਲ ਲੈਜਿਸਲੇਟਿਵ ਕੌਂਸਲ ਜਿਹੜੀ ਅਪ੍ਰਤੱਖ ਇਨਡਾਇਰੈਕਟਲੀ ਚੁਣੀ ਜਾਂਦੀ ਹੈ ਲੋਕਾਂ ਦੁਆਰਾ, ਉਹਨੂੰ ਅਸੀਂ ਹਿੰਦੀ ਨਾਮ ਦਿੱਤਾ ਰਾਜ ਸਭਾ। ਇਹ 1955 'ਚ ਦਿੱਤੇ ਗਏ ਨਾਮ ਆ। ਲੋਕ ਸਭਾ ਤੇ ਰਾਜ ਸਭਾ ਨਾਮ ਦਾ ਜ਼ਿਕਰ ਕਿਤੇ ਵੀ ਸੰਵਿਧਾਨ ਵਿੱਚ ਹੈ ਨਹੀਂ, ਇਹ ਪੱਲੇ ਬੰਨ੍ਹ ਲਿਓ। ਲੋਕ ਸਭਾ ਤੇ ਰਾਜ ਸਭਾ ਸ਼ਬਦ ਸੰਵਿਧਾਨ 'ਚ ਹੈ ਹੀ ਨਹੀਂ ਕਿਤੇ। ਉੱਥੇ ਕੌਂਸਲ ਆਫ ਸਟੇਟਸ ਤੇ ਜਾਂ ਹਾਊਸ ਆਫ ਪੀਪਲ ਹੀ ਆ। ਹਾਊਸ ਆਫ ਪੀਪਲ ਲੋਕ ਸਭਾ ਤੇ ਕੌਂਸਲ ਆਫ ਸਟੇਟਸ ਰਾਜ ਸਭਾ। ਪਰ ਇਹਨਾਂ ਦੇ ਆਮ ਨਾਮ ਕੀ ਆ? ਸੈਂਟਰਲ ਲੈਜਿਸਲੇਟਿਵ ਅਸੈਂਬਲੀ ਤੇ ਸੈਂਟਰਲ ਲੈਜਿਸਲੇਟਿਵ ਕੌਂਸਲ। ਭਗਤ ਸਿੰਘ ਨੇ ਬੰਬ ਲੋਕ ਸਭਾ 'ਚ ਸੁੱਟਿਆ ਸੀ 1928 'ਚ। ਸੁਣਿਆ ਹੋਣਾ ਕਿ ਸੈਂਟਰਲ ਲੈਜਿਸਲੇਟਿਵ ਅਸੈਂਬਲੀ 'ਚ ਭਗਤ ਸਿੰਘ ਨੇ ਬੰਬ ਸੁੱਟਿਆ ਸੀਗਾ। ਉਹੀ ਉਹ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਹੈ ਨਾ ਜਿਹੜੀ, ਉਹ ਅੱਜ ਲੋਕ ਸਭਾ ਹੈ। ਠੀਕ ਹੈ ਨਾ, ਆ ਗੱਲ ਸਮਝ ਆ ਗਈ ਇਹ ਚੀਜ਼। ਨਾਮ ਅਸੀਂ ਕੌਨਸਟੀਟਿਊਸ਼ਨ 'ਚ ਹੀ ਬਦਲਦੇ ਸੀ ਅੰਗਰੇਜ਼ੀ ਨਾਮ, ਪਰ ਹਿੰਦੀ ਆਉਂਦੇ ਇਹਨੂੰ 7 ਸਾਲ ਲੱਗ ਗਏ ਸੀਗੇ। 50 ਤੋਂ ਬਾਅਦ 55 'ਚ ਬਦਲਿਆ, 5 ਸਾਲਾਂ ਬਾਅਦ ਪੱਲੇ ਪੈ ਗਈ ਗੱਲ। ਠੀਕ ਹੈ ਜੀ, ਆਹ ਕਹਾਣੀ ਆ ਜੀ ਸਾਡੀ। ਹਾਂ, ਜੇ ਮੈਨੂੰ ਕੋਈ ਕਵੇ ਕਿ ਇੰਡੀਆ 'ਚ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਕੀ ਆ, ਸਾਡੇ ਦੇਸ਼ 'ਚ ਕਾਨੂੰਨ ਬਣਦਾ ਕਿਵੇਂ ਆ ਜਿਹੜਾ ਕੇਂਦਰ ਦੇ ਲੈਵਲ ਦਾ ਹੈ।
ਭਗਵੰਤ ਪੰਜਾਬ ਦੇ ਲੈਵਲ ਤੇ ਲਾਅ ਮੇਕਿੰਗ ਦੀ ਗੱਲ ਮੈਂ ਉਦੋਂ ਕਰੂੰਗਾ ਜਿੱਦਣ ਪੰਜਾਬ ਪੜਾਉਂਗਾ। ਅਜੇ ਤਾਂ ਮੈਂ ਸੈਂਟਰ ਹੀ ਪੜ੍ਹਾ ਰਿਹਾ। ਲਾਅ ਮੇਕਿੰਗ ਦਾ ਕੰਮ ਸਾਡੇ ਦੇਸ਼ 'ਚ ਹੁੰਦਾ ਏ ਪਾਰਲੀਮੈਂਟ 'ਚ, ਜਿਹਦਾ ਸਹੀ ਨਾਮ ਆ ਸੈਂਟਰਲ ਲੈਜਿਸਲੇਚਰ ਤੇ ਖਾਸ ਨਾਮ ਆ ਸੈਂਟਰਲ ਪਾਰਲੀਮੈਂਟ। ਉਹਦੇ ਅੱਗੇ ਦੋ ਆਰਗਨਸ ਆ ਜਿਨ੍ਹਾਂ ਦੇ ਕਾਮਨ ਨਾਮ, ਆਮ ਨਾਮ ਤਾਂ ਹੈਗੇ ਆ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਤੇ ਸੈਂਟਰਲ ਲੈਜਿਸਲੇਟਿਵ ਕੌਂਸਲ, ਮਤਲਬ ਕੇਂਦਰੀ ਵਿਧਾਨ ਸਭਾ ਤੇ ਕੇਂਦਰੀ ਵਿਧਾਨ ਪਰਿਸ਼ਦ। ਕੇਂਦਰੀ ਵਿਧਾਨ ਸਭਾ ਤੇ ਕੇਂਦਰੀ ਵਿਧਾਨ ਪਰਿਸ਼ਦ, ਬਟ ਬਾਅਦ 'ਚ ਇਹਨਾਂ ਦੇ ਨਾਮ ਬਦਲ ਦਿੱਤੇ ਗਏ ਸਾਡੇ ਹਿਸਾਬ ਨਾਲ। ਕੇਂਦਰੀ ਵਿਧਾਨ ਸਭਾ ਨੂੰ ਕਹਿਣ ਲੱਗ ਪਏ ਲੋਕ ਸਭਾ, ਜਾਣੀ ਕਿ ਹਾਊਸ ਆਫ ਪੀਪਲ, ਤੇ ਕੇਂਦਰੀ ਵਿਧਾਨ ਪਰਿਸ਼ਦ ਜਿਹੜੀ ਕਿ ਅਪ੍ਰਤੱਖ ਇਨਡਾਇਰੈਕਟਲੀ ਚੁਣੀ ਜਾਂਦੀ ਆ ਉਹਨੂੰ ਕਹਿਣ ਲੱਗ ਪਏ ਰਾਜ ਸਭਾ, ਜਾਣੀ ਕਿ ਕਾਉਂਸਲ ਆਫ ਸਟੇਟਸ। ਕਿਉਂ ਕਹਿਣ ਲੱਗ ਪਏ ਉਹ ਮੈਂ ਬਾਅਦ 'ਚ ਦੱਸਦਾ। ਆਹ ਗੱਲ ਸਮਝ ਆ ਗਈ ਸਾਰਿਆਂ ਨੂੰ? ਪਰ ਸਾਡੇ ਦੇਸ਼ 'ਚ ਕਾਨੂੰਨ ਬਣਨ ਵਾਸਤੇ ਇਹ ਦੋਵਾਂ ਦਾ ਹੋਣਾ ਜ਼ਰੂਰੀ ਨਹੀਂਗਾ, ਇਹਨਾਂ ਦੋਵਾਂ ਤੋਂ ਬਿਨਾਂ ਇੱਕ ਤੀਸਰੀ ਚੀਜ਼ ਵੀ ਹੈ। ਜਦੋਂ ਸਾਡੇ ਦੇਸ਼ 'ਚ ਕਾਨੂੰਨ ਬਣਦਾ ਹੈ ਨਾ, ਮੈਂ ਪਿੱਛੇ ਜੇ ਨਾ ਇੱਕ ਸਵਾਲ ਪਾਇਆ ਸੀਗਾ ਕਿਸੇ YouTube ਤੇ ਕੋਈ ਲੈਕਚਰ ਪੜ੍ਹਾ ਰਿਹਾ ਸੀ ਮੈਂ, ਤੇ ਮੈਂ ਉਹ 'ਚ ਗਲਤੀ ਨਾਲ ਇੱਕ ਸਵਾਲ ਪੁੱਛ ਲਿਆ ਕਿ ਇਹ ਦੱਸੋ ਕਿ ਭਾਰਤ 'ਚ ਦੇ ਵਿੱਚ ਨਾ ਇੱਕ ਸੰਵਿਧਾਨਕ ਸੋਧ ਹੋਈ ਸੀਗੀ। ਸੰਵਿਧਾਨ ਜਿਹੜਾ ਨਾ ਸਾਡਾ ਕੌਂਸਟੀਟਿਊਸ਼ਨ ਆ ਜਿਹੜਾ, ਇਹਨੂੰ ਅਸੀਂ ਅੱਜ ਤੱਕ 104 ਵਾਰ ਬਦਲ ਚੁੱਕੇ ਹਾਂ। ਅਸੀਂ ਆਪਣੇ ਕੌਂਸਟੀਟਿਊਸ਼ਨ 'ਚ ਵੀ ਗਲਤੀਆਂ ਕੱਢਦੇ ਰਹਿੰਦੇ ਹਾਂ। ਸਾਡੇ ਸੰਵਿਧਾਨ ਦੀ ਜਿਹੜਾ ਸਾਡਾ ਸੰਵਿਧਾਨ ਆ ਨਾ, ਇਹ ਸਾਡੇ ਧਾਰਮਿਕ ਗ੍ਰੰਥਾਂ ਤੋਂ ਇਸ ਕਰਕੇ ਫਰਕ ਆ ਕਿ ਜੋ ਧਾਰਮਿਕ ਗ੍ਰੰਥਾਂ 'ਚ ਲਿਖਿਆ ਗਿਆ ਹੈ ਅਸੀਂ ਉਹਨੂੰ ਬਦਲ ਨਹੀਂ ਸਕਦੇ, ਬਿਕੋਜ਼ ਉਹ ਸਾਡੇ ਗੁਰੂਆਂ ਪੀਰਾਂ ਪੈਗੰਬਰਾਂ ਦੀ ਬਾਣੀ ਆ ਤੇ ਉਹ ਅਖੀਰਲਾ ਸੰਦੇਸ਼ ਆ ਸਾਡੇ ਵਾਸਤੇ, ਅਸੀਂ ਉਹਦੇ ਤੇ ਚੱਲਣਾ ਹੈ। ਪਰ ਸਾਡੇ ਸੰਵਿਧਾਨ ਬਣਾਉਣ ਵਾਲੇ ਸਾਨੂੰ ਇੱਕ ਗੱਲ ਕਹਿ ਕੇ ਗਏ ਆ ਕਿ ਅਸੀਂ ਰੱਬ ਨਹੀਂ ਸੀਗੇ, ਨਾ ਹੀ ਅਸੀਂ ਖੁਦਾ ਹੈ ਤੇ ਨਾ ਹੀ ਅਸੀਂ ਪੈਗੰਬਰ ਹਾਂ। ਅਸੀਂ ਤੁਹਾਡੇ ਵਰਗੇ ਆਮ ਇਨਸਾਨ ਆ, ਸਾਡੇ ਕੋਲੋਂ ਸੰਵਿਧਾਨ ਲਿਖਦੇ ਹੋਏ ਲੱਖਾਂ ਗਲਤੀਆਂ ਹੋ ਸਕਦੀਆਂ। ਦੂਜੀ ਗੱਲ, ਕੀ ਪਤਾ ਜੋ ਅੱਜ ਸੱਚ ਆ ਕੀ ਪਤਾ ਕੱਲ੍ਹ ਨੂੰ ਉਹ ਸਹੀ ਨਾ ਹੋਵੇ। ਤੁਸੀਂ ਆਪਣੇ ਸੰਵਿਧਾਨ ਨੂੰ ਜਿਵੇਂ ਮਰਜ਼ੀ ਬਦਲ ਸਕਦੇ ਹੋ, ਤੇ ਅਸੀਂ ਅੱਜ ਤੱਕ ਸੰਵਿਧਾਨ ਨੂੰ ਬਦਲਦੇ ਹਾਂ। ਤੇ ਸੰਸਦ ਨੂੰ ਇਹ ਪਾਵਰ ਮਿਲੀ ਹੋਈ ਆ, ਪਾਰਲੀਮੈਂਟ ਨੂੰ ਇਹ ਪਾਵਰ ਮਿਲੀ ਹੋਈ ਆ ਕਿ ਪਾਰਲੀਮੈਂਟ ਦੇ ਵਿੱਚ ਜੇ 2/3 ਲੋਕ ਇਕੱਠੇ ਹੋ ਕੇ ਬਿੱਲ ਪਾਸ ਕਰ ਦੇਣ ਤੇ ਸੰਵਿਧਾਨ ਬਦਲ ਜਾਂਦਾ ਹੈ। ਸੰਵਿਧਾਨ ਦੇ ਵਿੱਚ ਕੋਈ ਇੱਕ ਅੱਧਾ ਅੱਖਰ ਵੀ ਬਦਲਣਾ ਤਾਂ ਬਦਲਿਆ ਜਾ ਸਕਦਾ ਹੈ। ਤੇ ਜਦੋਂ ਤੁਸੀਂ ਉਸ ਸੰਵਿਧਾਨ ਨੂੰ ਬਦਲਣ ਵਾਸਤੇ ਕਾਨੂੰਨ ਲੈ ਕੇ ਆਉਂਦੇ ਹੋ, ਜਦੋਂ ਤੱਕ ਨਹੀਂ ਬਦਲਿਆ ਉਦੋਂ ਤੱਕ ਉਹ ਬਿੱਲ ਆ, ਤੇ ਜਦੋਂ ਪਾਸ ਹੋ ਜੇ ਫਿਰ ਉਹ ਕਾਨੂੰਨ ਆ, ਫਿਰ ਉਹ ਐਕਟ ਆ। ਫਿਰ ਉਹ ਕੀ ਆ? ਐਕਟ ਆ। ਕਈ ਵਾਰੀ ਅਸੀਂ ਇਸ ਭੁਲੇਖੇ 'ਚ ਪੈ ਜਾਂਦੇ ਆ ਕਿ ਬਿੱਲ ਤੇ ਐਕਟ 'ਚ ਕੀ ਫਰਕ ਆ। ਜਦੋਂ ਤੱਕ ਸਾਨੂੰ ਇਹੀ ਨਹੀਂ ਪਤਾ ਲੱਗੂਗਾ, ਹੁਣ ਜਿਵੇਂ ਮੈਂ ਤੁਹਾਨੂੰ ਇਹ ਪੁੱਛਾਂ, ਕੋਈ ਵੀ ਤੁਹਾਨੂੰ ਜੇ ਤੁਹਾਡੇ 'ਚ ਕੋਈ ਦੱਸ ਸਕਦਾ ਹੈ, ਜੇ ਤੁਹਾਡੇ 'ਚ ਕੋਈ ਪੋਲਿਟੀ ਪੁਰਾਣੇ ਸਮੇਂ 'ਚ ਪੜ੍ਹ ਕੇ ਆਇਆ ਹੈ, ਕਿ ਕੋਈ ਮੈਨੂੰ ਇਹ ਦੱਸ ਸਕਦਾ ਹੈ ਕਿ ਪੰਚਾਇਤੀ ਰਾਜ ਇਸ ਦੇਸ਼ 'ਚ ਸੰਵਿਧਾਨ 'ਚ ਓਰੀਜਨਲ ਸੰਵਿਧਾਨ 'ਚ ਨਹੀਂ ਸੀਗਾ। ਪੰਚਾਇਤੀ ਰਾਜ ਇਸ ਓਰੀਜਨਲ ਸੰਵਿਧਾਨ 'ਚ ਨਹੀਂ ਸੀਗਾ। ਇਹ ਪੰਚਾਇਤੀ ਰਾਜ ਕਿਹੜੇ ਬਿੱਲ ਨਾਲ ਸੰਵਿਧਾਨ 'ਚ ਐਡ ਹੋਇਆ ਸੀਗਾ? ਕਿਹੜਾ ਬਿੱਲ ਸੀਗਾ ਉਹ? 72ਵਾਂ, 73ਵਾਂ, 74ਵਾਂ ਕਿ 75ਵਾਂ? ਇਹ ਸੀਗਾ 72ਵਾਂ ਬਿੱਲ। ਇਹ ਗਿਣਤੀ ਦਾ 72ਵਾਂ ਬਿੱਲ ਸੀਗਾ। ਜਦੋਂ ਇਹ ਪਾਸ ਹੋਇਆ ਤੇ ਇਹ 73ਵਾਂ ਐਕਟ ਬਣਿਆ। ਮੈਂ ਬਿੱਲ ਪੁੱਛ ਰਿਹਾ ਸੀ ਕਿਨਵਾਂ ਹੈ, ਤੇ ਥੱਲੇ ਕਮੈਂਟ ਕਰਕੇ ਦੱਸ ਰਹੇ ਸੀਗੇ ਕਿ ਸਰ ਤੁਸੀਂ ਗਲਤ ਕਹਿ ਰਹੇ ਹੋ, ਉਹ 72ਵਾਂ ਬਿੱਲ ਆ। ਹੁਣ ਬਿੱਲ ਤੇ ਐਕਟ 'ਚ ਗਿਣਤੀ ਦਾ ਫਰਕ ਕਿਵੇਂ ਪੈ ਗਿਆ, ਉਹ ਤਾਂ ਬੜੀ ਲੰਮੀ ਕਹਾਣੀ ਆ। ਕਿਸੇ ਦਿਨ ਅੱਗੇ ਜਾ ਕੇ ਇਸੇ ਲੈਕਚਰ 'ਚ ਅੱਗੇ ਜਾ ਕੇ ਦੱਸੂਗਾ ਕਿ ਜਿਵੇਂ ਹੁਣ ਸਪੋਜ਼ ਕਰੋ ਸੰਸਦ 'ਚ ਇੱਕ ਬਿੱਲ ਪੇਸ਼ ਹੋਇਆ, ਪਹਿਲਾ ਬਿੱਲ ਪਾਸ ਹੋ ਗਿਆ, ਉਹ ਬਿੱਲ ਕਿਨਵਾਂ ਹੈ? ਪਹਿਲਾ। ਤੇ ਐਕਟ ਕਿਨਵਾਂ ਹੈ? ਪਹਿਲਾ। ਫਿਰ ਦੂਜਾ ਬਿੱਲ ਆਇਆ, ਪਾਸ ਹੋ ਗਿਆ, ਬਿੱਲ ਕਿਨਵਾਂ ਹੈ? ਪਹਿਲਾ। ਐਕਟ ਕਿਨਵਾਂ ਹੈ? ਬਿੱਲ ਵੀ ਐਕਟ ਵੀ ਪਹਿਲਾ, ਬਿੱਲ ਵੀ ਦੂਜਾ, ਐਕਟ ਵੀ ਦੂਜਾ। ਫਿਰ ਤੀਜਾ ਬਿੱਲ ਆਇਆ, ਪਾਸ ਹੋ ਗਿਆ, ਬਿੱਲ ਕਿਨਵਾਂ ਸੀ? ਤੀਜਾ। ਤੇ ਪਾਸ ਹੋ ਕੇ ਐਕਟ ਕਿਨਵਾਂ ਹੋ ਗਿਆ? ਤੀਜਾ। ਫਿਰ ਚੌਥਾ ਬਿੱਲ ਆਇਆ, ਫੇਲ ਹੋ ਗਿਆ। ਫਿਰ ਪੰਜਵਾਂ ਬਿੱਲ ਆਇਆ, ਪਾਸ ਹੋ ਗਿਆ, ਉਹ ਬਿੱਲ ਕਿਨਵਾਂ ਸੀ? ਪੰਜਵਾਂ। ਤੇ ਐਕਟ ਕਿਨਵਾਂ ਸੀਗਾ? ਚੌਥਾ। ਫਿਰ ਛੇਵਾਂ ਬਿੱਲ ਆਇਆ, ਪਾਸ ਹੋ ਗਿਆ, ਉਹ ਬਿੱਲ ਕਿਨਵਾਂ ਸੀਗਾ? ਛੇਵਾਂ। ਤੇ ਐਕਟ ਕਿਨਵਾਂ ਸੀਗਾ? ਪੰਜਵਾਂ। ਉਧਰੋਂ ਕੀ ਹੋਇਆ, ਜਿਹੜਾ ਚੌਥਾ ਬਿੱਲ ਪਹਿਲਾਂ ਪੇਸ਼ ਹੋਇਆ ਸੀਗਾ ਉਹ ਪਾਸ ਹੋ ਗਿਆ, ਉਹ ਬਿੱਲ ਕਿਨਵਾਂ ਸੀਗਾ? ਚੌਥਾ। ਤੇ ਐਕਟ ਕਿਨਵਾਂ ਬਣਿਆ? ਛੇਵਾਂ। ਪਲਟ ਗਈ ਕਹਾਣੀ। ਇੱਕ ਬਿੱਲ ਅੱਗੇ ਵੀ ਹੋ ਸਕਦਾ ਹੈ ਤੇ ਐਕਟ ਪਿੱਛੇ ਹੋ ਸਕਦਾ ਹੈ, ਬਿੱਲ ਪਿੱਛੇ ਵੀ ਹੋ ਸਕਦਾ ਹੈ, ਐਕਟ ਅੱਗੇ ਵੀ ਹੋ ਸਕਦਾ ਹੈ। ਇਸ ਕਰਕੇ ਰੱਟਾ ਮਾਰਨ ਲੱਗੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਕਰੋ ਕਿ ਫਲਾਣਾ ਕਿਨਵਾਂ ਬਿੱਲ ਆ ਤੇ ਕਿਨਵਾਂ ਐਕਟ ਆ। 72ਵੇਂ ਬਿੱਲ ਨਾਲ ਕੀ ਪਤਾ ਐਵੇਂ ਹੋਈ ਹੋਵੇ ਉਹ ਕੋਈ ਪਾਸ ਲੇਟ ਹੋਇਆ ਹੋਵੇ। ਇਸ ਕਰਕੇ ਸੰਵਿਧਾਨਕ ਪੰਚਾਇਤਾਂ ਨਾਲ ਸੰਬੰਧਿਤ ਬਿੱਲ 72ਵਾਂ ਬਿੱਲ ਸੀਗਾ ਤੇ ਪਾਸ ਹੋ ਕੇ ਉਹ ਐਕਟ ਕਿਨਵਾਂ ਬਣਿਆ? 73ਵਾਂ। ਜਿਵੇਂ ਕੋਈ ਮੈਨੂੰ ਇਹ ਕਹਦੇ ਕਿ GST ਕਿਨਵਾਂ ਸੀਗਾ? ਕੌਨਸਟੀਟਿਊਸ਼ਨਲ। GST ਕੌਨਸਟੀਟਿਊਸ਼ਨਲ ਐਕਟ ਸੀਗਾ 101, ਉਹ 101 ਸੰਵਿਧਾਨਕ ਸੋਧ ਸੀਗੀ, ਪਰ ਉਹ ਬਿੱਲ 101 ਥੋੜਾ ਸੀਗਾ। ਇਹ ਤੁਸੀਂ ਹੁਣ ਸਰਚ ਕਰਕੇ ਦੇਣਾ ਹੈ। ਹਿੰਟ ਮੈਂ ਦਿੰਦਾ ਕਿ ਉਹ 120 ਤੋਂ ਲੈ ਕੇ 130 ਦੇ ਵਿੱਚ ਕਿਸੇ ਨੰਬਰ ਦਾ ਬਿੱਲ ਸੀਗਾ ਤੇ ਪਾਸ ਹੋ ਕੇ ਉਹ ਐਕਟ ਕਿਨਵਾਂ ਬਣਿਆ? 101। ਆ ਗੱਲ ਸਮਝ ਆ ਗਈ ਨਾ? ਸੋ ਇਹ ਗੱਲਾਂ ਦਾ ਖਾਸ ਧਿਆਨ
ਮਸਲਾ ਆਪਣਾ ਇਹ ਹੈ ਹੀ ਨਹੀਂ। ਮੈਂ ਤਾਂ ਸਿਰਫ ਇਹ ਦੱਸਣਾ ਚਾਹੁੰਦਾ ਕਿ ਆ ਬਿੱਲ ਬੁੱਲ ਪਾਸ ਹੋ ਕੇ ਐਕਟ ਜੋ ਬਣਦੇ ਆ, ਠੀਕ ਆ, ਬਸ ਮੈਨੂੰ ਇਹ ਦੱਸੋ ਕਿ ਸਾਡੀ ਸੰਵਿਧਾਨ ਸਭਾ ਦਾ ਕੰਮ, ਸਾਡੀ ਪਾਰਲੀਮੈਂਟ ਦਾ ਕੰਮ ਸਿਰਫ ਸੰਵਿਧਾਨ ਦੀਆਂ ਗਲਤੀਆਂ ਕੱਢਣਾ ਹੀ ਆ? ਐਵੇਂ ਦਾ ਕੁਝ ਨਹੀਂਗਾ। ਸੰਵਿਧਾਨ ਜਿਹੜੀ ਸਾਡੀ ਪਾਰਲੀਮੈਂਟ ਆ ਨਾ, ਇਹ ਦੋ ਕੰਮ ਕਰਦੀ ਆ। ਇੱਕ ਤਾਂ ਰੋਜ਼ਮਰਾ ਦੀ ਜ਼ਿੰਦਗੀ ਲੋਕਾਂ ਦੀ ਆਸਾਨੀ ਨਾਲ ਕੱਟੇ, ਇਸ ਕਰਕੇ ਆਮ ਕਾਨੂੰਨ ਪਾਸ ਕਰਦੀ ਆ, ਤੇ ਦੂਜੀ ਗੱਲ ਜਿਹੜੇ ਸੰਵਿਧਾਨ ਦੇ ਵਿੱਚ ਕੋਈ ਚੇਂਜ ਕਰਨੇ ਆ ਉਹ ਕਰਦੀ ਆ। ਇਹ ਦੋ ਕੰਮ ਪਾਰਲੀਮੈਂਟ ਦੇ ਪੱਕੇ ਆ, ਪਰ ਇਹਨਾਂ ਦੋਵਾਂ ਕੰਮਾਂ 'ਚ ਬੜਾ ਸਾਫ਼ ਤੇ ਸਪਸ਼ਟ ਫਰਕ ਆ। ਜੇ ਤਾਂ ਸੰਵਿਧਾਨ ਦੀ ਕੋਈ ਗਲਤੀ ਠੀਕ ਕਰਨੀ ਆ ਤਾਂ 2/3 ਲੋਕਾਂ ਦੀ ਮਨਜ਼ੂਰੀ ਚਾਹੀਦੀ ਹੈ, 2/3 ਲੋਕਾਂ ਦੀ ਮਨਜ਼ੂਰੀ ਚਾਹੀਦੀ ਹੈ। ਤੇ ਜੇ ਆਮ ਕੋਈ ਬਿੱਲ ਬਣਾਉਣਾ ਹੈ ਜਿਹਦਾ ਸੰਵਿਧਾਨ ਦੀ ਗਲਤੀ ਨਾਲ ਕੋਈ ਸੰਬੰਧ ਨਹੀਂ, ਜਿਹਦਾ ਸੰਵਿਧਾਨ ਦੀ ਗਲਤੀ ਨਾਲ ਕੋਈ ਸੰਬੰਧ ਨਹੀਂ, ਸੰਵਿਧਾਨ ਤੋਂ ਸ਼ਕਤੀ ਲੈ ਕੇ ਕੋਈ ਨਵਾਂ ਆਪ ਬਿੱਲ ਬਣਾਉਣਾ ਹੈ, ਉਹਦੇ ਵਾਸਤੇ 50% ਲੋਕਾਂ ਦੀ ਮਨਜ਼ੂਰੀ ਨਾਲ ਕੰਮ ਚੱਲਦਾ ਹੈ। ਇੱਕ ਨੂੰ ਕਹਿੰਦੇ ਆ ਆਮ ਬਿੱਲ, ਯਾਨੀ ਕਿ ਆਰਡੀਨਰੀ ਬਿੱਲ, ਇੱਕ ਨੂੰ ਕਹਿੰਦੇ ਆ ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ, ਸੰਵਿਧਾਨਕ ਸੋਧ ਬਿੱਲ, ਸੰਵਿਧਾਨ 'ਚ ਗਲਤੀ ਕੱਢਣਾ। ਆ ਗੱਲ ਸਮਝ ਆ ਗਈ? ਕੁਛ ਪੱਲੇ ਪੈ ਗਈ ਆ ਗੱਲ? ਇਟ ਮੀਨਸ ਦੋ ਮੇਜਰ ਕੰਮ ਆ, ਇੱਕ ਆਮ ਬਿੱਲ ਪਾਸ ਕਰਨੇ, ਲੋਕਾਂ ਦੀ ਜ਼ਿੰਦਗੀ ਸੌਖੀ ਕਰਨੀ। ਬਸ ਤੁਸੀਂ ਮੈਨੂੰ ਇੰਨਾ ਦੱਸ ਦਿਓ ਕਿ, ਪਰ ਇੱਕ ਗੱਲ ਯਾਦ ਰੱਖਿਓ, ਕੋਈ ਚੀਜ਼ ਬਾਹਲੀ ਮਸ਼ਹੂਰ ਹੋਈ ਹੋਵੇ ਇਹ ਨਾ ਕਹਿ ਦਿਓ ਕਿ ਅੱਛਾ ਇਹ ਤਾਂ ਕਨਸਟੀਟਿਊਸ਼ਨਲ ਅਮੈਂਡਮੈਂਟ ਬਿੱਲ ਹੀ ਸੀ, ਇਹ 2/3 ਵਾਲਾ ਹੋਊਗਾ। ਆਮ ਬਿੱਲ 50% ਮਨਜ਼ੂਰੀ ਨਾਲ ਤੇ ਸੰਵਿਧਾਨਕ ਸੋਧ ਬਿੱਲ 2/3 66% ਮਨਜ਼ੂਰੀ ਨਾਲ ਪਾਸ ਹੁੰਦੇ ਆ। ਪਿੱਛੇ ਜੇ ਇੱਕ ਬਿੱਲ ਬਹੁਤ ਵਿਵਾਦਾਂ 'ਚ ਰਿਹਾ ਸੀਗਾ, ਕਿਸਾਨ ਬਿੱਲ, ਠੀਕ ਆ। ਅਸਲ 'ਚੋਂ ਕਿਸਾਨ ਬਿੱਲ ਤਾਂ ਕੁਝ ਵੀ ਨਹੀਂ ਸੀਗਾ ਉਹਦੇ 'ਚ, ਉਹ 3 ਬਿੱਲ ਸੀਗੇ, ਠੀਕ ਆ। ਇੱਕ ਐਸੈਂਸ਼ੀਅਲ ਪ੍ਰੋਡਕਟਸ ਨਾਲ ਸੰਬੰਧਿਤ ਬਿੱਲ ਸੀਗਾ, ਇੱਕ ਮਾਰਕੀਟਿੰਗ ਨਾਲ ਸੰਬੰਧਿਤ ਬਿੱਲ ਸੀਗਾ, ਕਿਉਂਕਿ ਪੰਜਾਬ ਦੇ ਹੀ ਬੜੇ ਤਗੜੇ ਅਰਥ ਸ਼ਾਸਤਰੀ, ਇਕਨੋਮਿਸਟ ਜਿਹੜੇ ਆ, ਜਿਨ੍ਹਾਂ ਨੇ ਪੰਜਾਬ ਦੀ ਅਰਥ ਵਿਵਸਥਾ ਨੂੰ ਬੜੇ ਟਰੈਕ 'ਤੇ ਲੈ ਕੇ ਆਉਣ 'ਚ ਜਿਨ੍ਹਾਂ ਦਾ ਬੜਾ ਤਗੜਾ ਰੋਲ ਰਿਹਾ ਹੈ, ਸਰਦਾਰਾ ਸਿੰਘ ਜੋਹਲ, ਠੀਕ ਹੈ ਨਾ। ਉਹ ਇੱਕ ਬੜੇ ਮਤਲਬ ਕਿ ਬੜੇ ਇੰਟੈਲੈਕਚੁਅਲ ਵੀ ਨੇ ਤੇ ਬੜੇ, ਇੱਕ ਤਾਂ ਹੁੰਦੇ ਆ ਨਾ ਇਕਨੋਮਿਸਟ, ਇੱਕ ਹੁੰਦੇ ਆ ਐਗਰੀਕਲਚਰ ਇਕਨੋਮਿਸਟ। ਪੰਜਾਬ 'ਚ ਦੋ ਹੀ ਐਗਰੀਕਲਚਰ ਇਕਨੋਮਿਸਟ ਆ ਜਿਨ੍ਹਾਂ ਨੂੰ ਮੈਂ ਮੰਨਦਾ ਕਿ ਉਹ ਐਕਸਪਰਟ ਨੇ। ਇੱਕ ਦਵਿੰਦਰ ਸ਼ਰਮਾ ਚੰਡੀਗੜ੍ਹ ਤੋਂ ਨੇ, ਇੱਕ ਸਰਦਾਰਾ ਸਿੰਘ ਜੋਹਲ PAU 'ਚੋਂ ਨੇ, ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਦੇ ਹੈੱਡ ਨੇ, ਠੀਕ ਆ। ਇਹ ਦੋਵੇਂ ਹੀ ਪੰਜਾਬ ਦੇ ਕਿਸਾਨ ਨੇਤਾ ਜਿਹੜੇ ਜ਼ਿਆਦਾਤਰ ਕਮਿਊਨਿਸਟ ਹੀ ਨੇ, ਕਾਮਰੇਡ ਲੀਡਰ ਨੇ, ਇਹ ਦੋਵੇਂ ਹੀ ਇਹਨਾਂ ਨੂੰ ਗਾਲਾਂ ਕੱਢਦੇ ਆ ਕਿ ਇਹਨਾਂ ਨੇ ਸਮੱਸਿਆ ਨੂੰ ਸਹੀ ਤਰੀਕੇ ਨਾਲ ਟੈਕਲ ਨਹੀਂ ਕੀਤਾ, ਠੀਕ ਆ, ਕਿ ਇਹ ਸਹੀ ਤਰੀਕੇ ਨਾਲ ਸਮੱਸਿਆ ਨੂੰ ਟੈਕਲ ਨਹੀਂ ਕਰ ਪਾਏ। ਪਰ ਇਹ ਦੋਵੇਂ ਹੀ ਇੱਕ ਦੂਜੇ ਦੇ ਧੁਰ ਵਿਰੋਧੀ ਆ। ਇੱਕ ਕਹਿੰਦਾ ਕਿ ਜੇ ਇਹ ਬਿੱਲ ਆ ਜਾਂਦੇ, ਜਿਨ੍ਹਾਂ 'ਚ ਦਵਿੰਦਰ ਸ਼ਰਮਾ ਜੀ, ਕਿ ਜੇ ਇਹ ਬਿੱਲ ਆ ਜਾਂਦੇ ਤਾਂ ਕਿਸਾਨੀ ਬਰਬਾਦ ਸੀ। ਸਰਦਾਰਾ ਸਿੰਘ ਜੋਹਲ, ਜਿਨ੍ਹਾਂ ਨੂੰ ਪੰਜਾਬ ਦੀ ਐਗਰੋ ਇਕਨੋਮਿਕਸ 'ਚ ਕਦੇ ਵੀ ਖਾਰਜ ਨਹੀਂ ਕੀਤਾ ਜਾ ਸਕਦਾ, ਕਿ ਪੰਜਾਬ ਦੀ ਇਕਨੋਮੀ ਨੂੰ ਸ਼ਾਇਦ ਉਹਨਾਂ ਤੋਂ ਵੱਧ ਕੋਈ ਸਮਝਦਾ ਵੀ ਨਹੀਂ, ਉਹ ਜਮਾਂ ਇਸ ਤੋਂ ਉਲਟ ਧਾਰਨਾ ਰੱਖਦੇ ਆ। ਉਹ ਕਹਿੰਦੇ ਕਿ ਇਹਨਾਂ ਬਿੱਲਾਂ ਦੀ ਵਾਪਸੀ ਕਰਾ ਕੇ ਕਿਸਾਨਾਂ ਨੇ ਆਪਣੇ ਪੈਰਾਂ 'ਤੇ ਕੁਹਾੜੀ ਮਾਰੀ ਹੈ। ਇਹਨਾਂ 3 ਬਿੱਲਾਂ ਨੂੰ ਲੈ ਕੇ ਤਾਂ ਮੈਂ ਕੋਈ ਤੁਹਾਡੇ ਨਾਲ ਡਿਸਕਸ਼ਨ ਕਰਨ 'ਚ ਇੰਟਰਸਟਿਡ ਵੀ ਹੈ ਨਹੀਂ, ਬਿਕੋਜ਼ ਆਪਣੀ ਕਲਾਸ ਉਹਨਾਂ 3 ਕਿਸਾਨੀ ਬਿੱਲਾਂ 'ਤੇ ਹੈ ਹੀ ਨਹੀਂ, ਠੀਕ ਆ। ਤੇ ਤੁਹਾਡੇ 'ਚੋਂ ਬਹੁਤਿਆਂ ਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਉਹ 3 ਬਿੱਲ ਸੀਗੇ ਕਿਹੜੇ। ਬਸ ਸਾਨੂੰ ਤਾਂ ਇਹੀ ਕਿ ਧਰਨਾ ਲੱਗਿਆ, ਨਿਆਰੇ ਆ ਰਹੇ ਆ, ਨਿਆਰੇ ਜਾ ਰਹੇ ਆ, ਠੀਕ ਆ। ਸਹੀ ਆ, ਅਸੀਂ ਇੱਕ ਪੰਜਾਬ 'ਚ ਇਕਜੁੱਟਤਾ ਦੇਖੀ। ਅਸੀਂ ਪਹਿਲੀ ਵਾਰ ਧਰਮ ਤੋਂ ਉੱਪਰ ਉੱਠ ਕੇ ਪਹਿਲੀ ਵਾਰ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਹਾਂ, ਧਰਮ ਤੋਂ ਬਾਹਰ ਜਾ ਕੇ ਇੱਕ ਅੰਦੋਲਨ ਹੋਇਆ ਤੇ ਪੰਜਾਬੀ ਇੱਕ ਜਗ੍ਹਾ ਤੇ ਇਕੱਠੇ ਹੋਏ ਆ, ਠੀਕ ਆ। ਇਸ ਤੋਂ ਪਹਿਲਾਂ ਅਸੀਂ ਧਾਰਮਿਕ ਸਮਾਗਮਾਂ ਤੇ ਇਕੱਠੇ ਹੁੰਦੇ ਲੋਕ ਤਾਂ ਦੇਖੇ ਸੀਗੇ, ਪਰ ਇੱਕ ਕਮਿਊਨਿਸਟ ਲਹਿਰ ਨੂੰ ਪੰਜਾਬ 'ਚ ਦੁਬਾਰਾ, ਮੀਨਸ ਕਿ ਪੰਜਾਬ ਦੇ ਜਿਹੜੇ ਸੱਜੀ ਪੱਖੀ ਧਿਰ ਨਾ, ਜਿਹੜੇ ਰਾਈਟਿਸਟ ਲੋਕ ਆ, ਧਰਮ ਨੂੰ ਬੜੀ ਇੰਪੋਰਟੈਂਸ ਦਿੰਦੇ ਆ, ਉਹਨਾਂ ਨੂੰ ਇਸ ਅੰਦੋਲਨ 'ਚ ਇੱਕ ਪ੍ਰੋਬਲਮ ਇਹ ਵੀ ਸੀਗੀ ਕਿ ਜਿਹੜੀ ਭੀੜ ਅਸੀਂ ਅੱਜ ਤੱਕ ਟੈਕਲ ਨਹੀਂ ਕਰ ਪਾਏ, ਉਹ ਹੋਇਆ ਕਿਵੇਂ ਕਿ ਇਹ ਜਿਹੜੇ ਕਾਮਰੇਡ ਲੀਡਰ ਆ ਇਹ ਟੈਕਲ ਕਰ ਗਏ। ਫਿਰ ਉਹਨਾਂ ਨੇ ਸੁੱਖ ਦਾ ਸਾਹ ਉਦੋਂ ਲਿਆ ਜਦੋਂ ਇਲੈਕਸ਼ਨ ਹੋਏ ਕਿ ਅੱਛਾ ਸਾਡੇ ਮਗਰ ਵੀ ਬਹੁਤ ਲੋਕ ਆਉਂਦੇ ਆ ਤੇ ਸਾਨੂੰ ਤਾਂ ਵੋਟ ਨਹੀਂ ਪਾਉਂਦੇ। ਲੋਕ, ਇਹਨਾਂ ਨੇ ਸੁੱਖ ਦਾ ਸਾਹ ਉਦੋਂ ਲਿਆ ਕਿ ਲੋਕ ਤਾਂ ਇਹਨਾਂ ਦੇ ਮਗਰ ਵੀ ਬਹੁਤ ਗਏ ਆ, ਜਦੋਂ ਇਹ ਵੋਟਾਂ ਮੰਗਣ ਪਏ ਵੋਟਾਂ ਲੋਕਾਂ ਨੇ ਇਹਨਾਂ ਨੂੰ ਵੀ ਨਹੀਂ ਪਾਈਆਂ। ਅਸਲ 'ਚ ਲੋਕ ਤੁਹਾਡੇ ਦੋਵਾਂ ਧਿਰਾਂ ਦੇ ਮਗਰ ਵੋਟਾਂ ਨੂੰ ਲੈ ਕੇ ਨਹੀਂ ਲੱਗੇ। ਵੋਟਾਂ ਦੇ ਮਸਲੇ ਤਾਂ ਸਾਡੇ ਆਹੀ ਪਾਰਟੀਆਂ ਹੱਲ ਕਰਨਗੀਆਂ, ਜਾਂ ਕਾਂਗਰਸ ਹੱਲ ਕਰੂਗੀ, ਜਾਂ ਅਕਾਲੀ ਦਲ ਹੱਲ ਕਰੂਗਾ, ਜਾਂ ਤੀਸਰੇ ਆਏ ਆ, ਅਸੀਂ ਇਹਨਾਂ ਨੂੰ ਦੇਖ ਰਹੇ ਹਾਂ, ਇਹ ਹੱਲ ਕਰਨਗੇ। ਪੋਲੀਟੀਕਲ ਮਸਲੇ ਤੁਹਾਡੇ ਪੋਲੀਟੀਕਲ ਪਾਰਟੀਆਂ ਹੀ ਹੱਲ ਕਰ ਸਕਦੀਆਂ ਹੈ। ਇਹਨਾਂ ਕੋਲ ਕਿੰਨਾ ਕੁ ਵਿਜ਼ਨ ਆ ਇਹ ਤਾਂ ਤੁਸੀਂ ਇਹਨਾਂ ਨੂੰ ਦੋਵਾਂ ਧਿਰਾਂ ਨੂੰ ਖਿੰਡਦੇ ਦੇਖ ਹੀ ਲਿਆ ਹੈ, ਆਪਸ 'ਚ ਇੱਕ ਦੂਜੇ ਦੇ ਸਿਰ ਪਾੜਦੇ। ਨਾਲੇ ਇਹ ਨਹੀਂ ਦੇਖਿਆ ਤੁਸੀਂ ਆ ਜਿੰਨੇ ਆਪਣੇ ਸੱਜੇ ਧਿਰ ਵਾਲੇ ਆ, ਤੁਸੀਂ ਇਹਨਾਂ ਨੂੰ ਦੇਖਿਆ ਕਿ ਇਹ ਕਾਮਰੇਡਾਂ ਨੂੰ ਗਾਲਾਂ ਕੱਢਦੇ, ਆਪਸ 'ਚ ਹੀ ਸਿਰ ਪਾੜਦੇ ਦੇਖਿਆ। ਤੇ ਕਮਿਊਨਿਸਟ ਲੀਡਰ ਜਿਹੜੇ ਕਿਸਾਨੀ ਲੀਡਰ ਸੀ, ਇਹਨਾਂ 'ਚੋਂ ਕਿਸੇ ਨੇ ਆ ਜਿਹੜੇ ਆਪਣੇ ਧਾਰਮਿਕ ਲੀਡਰ ਆ ਇਹਨਾਂ ਨਾਲ ਥੋੜ੍ਹਾ ਲੜੇ ਆ। 21 ਕਿ 31 ਸੀਗੇ, 32 ਜਗ੍ਹਾ ਤੇ ਲੜ ਪਏ ਆਪਸ 'ਚ। ਇਟ ਮੀਨਸ ਇਹਨਾਂ ਦੀ ਆਪਸੀ ਯੂਨਿਟੀ ਨਹੀਂ ਹੈਗੀ। ਪੋਲੀਟੀਕਲ ਪਾਰਟੀ ਬਣਾਉਣ ਵਾਸਤੇ ਤੁਹਾਡੀ ਸਭ ਤੋਂ ਪਹਿਲਾ ਫੰਡਾਮੈਂਟਲ ਕਨਸੈਪਟ ਕੀ ਆ? ਤੁਹਾਡੀ ਆਪਣੀ ਪੋਲੀਟੀਕਲ ਹੋਮੋਜੀਨਿਟੀ ਚਾਹੀਦੀ ਹੈ।
ਬੇਸਿਕਸ ਤਾਂ ਇਹਨਾਂ ਨੂੰ ਪਤਾ ਨਹੀਂ, ਪੋਲੀਟੀਕਲ ਪਾਰਟੀ ਬਣਾਉਣ ਦੇ ਤੇ ਮੂੰਹ ਚੱਕ ਕੇ ਦੋਵਾਂ ਧਿਰਾਂ ਨੇ ਆਪਣੀਆਂ ਪੋਲੀਟੀਕਲ ਪਾਰਟੀਆਂ ਬਣਾ ਲਈਆਂ, ਤੇ ਜਿੱਡਾ ਬਲੰਡਰ ਇਹਨਾਂ ਦੋਵਾਂ ਨੇ ਦੇਖਿਆ ਉਹਨਾਂ ਕੋਈ ਵੀ ਨਹੀਂ ਦੇਖ ਸਕਦਾ। ਵਜ੍ਹਾ ਸਾਫ਼ ਆ, ਪੋਲੀਟੀਕਲ ਪਾਰਟੀ ਬਣਾਉਣ ਦਾ ਇੱਕ ਸਭ ਤੋਂ ਵੱਡਾ ਰੂਲ ਹੁੰਦਾ ਹੈ। ਹੁਣ ਇੱਕ ਬੜੀ ਸਿੰਪਲ ਜੀ ਗੱਲ ਆ, ਅਕਾਲੀ ਦਲ ਅੱਜ ਖਤਮ ਹੋ ਰਹੀ ਆ, ਤੁਹਾਨੂੰ ਕੀ ਲੱਗਦਾ ਕਿ ਅਕਾਲੀ ਦਲ ਖਤਮ ਹੋ ਜੂਗੀ? ਪੋਸੀਬਲ ਹੀ ਨਹੀਂ। ਅਕਾਲੀ ਦਲ ਕਦੇ ਖਤਮ ਨਹੀਂ ਹੋ ਸਕਦਾ, ਕਿਉਂਕਿ ਉਹ ਜਿਸ ਬੇਸਿਕ ਏਜੰਡੇ ਤੇ ਕੰਮ ਕਰਦੀ ਹੈ ਨਾ, ਉਹ ਸਭ ਤੋਂ ਵਧੀਆ ਹੈ ਕਿ ਜੋ ਮਰਜ਼ੀ ਹੋ ਜੇ, ਸਾਡਾ ਇੱਕ ਲੀਡਰ ਸੀ, ਲੀਡਰ ਹੈ, ਲੀਡਰ ਰਹੂਗਾ। ਕਾਂਗਰਸ ਕਦੇ ਖਤਮ ਨਹੀਂ ਹੋ ਸਕਦੀ ਕਿ ਸਾਡਾ ਇੱਕ ਲੀਡਰ ਸੀ, ਲੀਡਰ ਹੈ, ਲੀਡਰ ਰਹੂਗਾ। ਆਮ ਆਦਮੀ ਪਾਰਟੀ ਇੱਕ ਟਾਈਮ ਤੱਕ ਮੈਨੂੰ ਲੱਗਦਾ ਸੀ ਖਤਮ ਹੋ ਜੂਗੀ, ਜਦੋਂ ਉਹਨਾਂ ਨੇ ਉਹਦੇ 'ਚ ਸੁਖਪਾਲ ਖਹਿਰੇ ਵਰਗੇ ਲੀਡਰ ਸੀ ਜਿਹੜੇ ਕਹਿੰਦੇ ਸੀ ਪੰਜਾਬ ਨੂੰ ਆਟੋਨਮੀ ਚਾਹੀਦੀ ਹੈ, ਐਵੇਂ ਚਾਹੀਦਾ, ਪੰਜਾਬ ਦੇ ਲੀਡਰਾਂ ਦੀ ਆਪਣੀ ਆਵਾਜ਼ ਚਾਹੀਦੀ ਆ। ਇਹ ਪੋਲੀਟੀਕਲ ਪਾਰਟੀ ਬਣਨ ਦੇ ਕੋਈ ਲੱਛਣ ਨਹੀਂ ਹੁੰਦੇ। ਪੋਲੀਟੀਕਲ ਪਾਰਟੀ ਮੀਨਸ ਇੱਕ ਬੰਦੇ ਦੀ ਸੋਚ ਨੂੰ ਅੱਗੇ ਲੈ ਕੇ ਜਾਓ, ਇੱਕੋ ਆਈਡੀਓਲੋਜੀ, ਇੱਕੋ ਧੁਰਾ ਹੋਵੇ। ਯਾਰ ਤੁਸੀਂ ਆਮ ਆਦਮੀ ਪਾਰਟੀ ਨੂੰ ਖਾਰਜ ਕਰ ਦਿਓ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ, ਪਰ ਤੁਸੀਂ ਇਹ ਕਹਿ ਦਿਓ ਕਿ ਇਸ ਇਲਾਕੇ ਨੂੰ ਗੁਰਪ੍ਰੀਤ ਘੁੱਗੀ ਵਰਗੇ ਲੀਡਰ ਸੀਗੇ ਆਪਣੇ, ਇਹ ਲੋਕ ਪੋਲੀਟੀਕਲ ਫੇਲ ਲੋਕ ਨੇ, ਇਹ ਕਿਸੇ ਪੋਲੀਟੀਕਲ ਪਾਰਟੀ 'ਚ ਜਾਣਗੇ ਤਾਂ ਉਹਦਾ ਸਰਵਨਾਸ਼ ਕਰ ਦੇਣਗੇ, ਤਾਂ ਉਹਨਾਂ ਨੇ ਕਰਤਾ ਸੀ। ਅੱਜ ਉਹੀ ਪੋਲੀਟੀਕਲ ਪਾਰਟੀ ਤੁਹਾਡੇ ਸਾਹਮਣੇ ਇੱਕ ਰੂਲਿੰਗ ਪਾਰਟੀ ਬਣ ਕੇ ਆਈ ਆ। ਤੁਸੀਂ ਇਹਨਾਂ ਦੇ ਰਾਜ ਸਭਾ ਦੇ ਭੇਜੇ ਹੋਏ ਮੈਂਬਰਾਂ ਨੂੰ ਖਾਰਜ ਕਰ ਸਕਦੇ ਹੋ, ਪਰ ਇੱਕ ਗੱਲ ਦੇਖੋ, ਇਹ ਵੀ ਤਾਂ ਤਜਰਬਾ ਤੁਸੀਂ ਦੇਖ ਰਹੇ ਹੋ ਕਿ ਇਲੈਕਸ਼ਨਾਂ ਤੋਂ ਬਾਅਦ ਪਹਿਲਾ ਸਾਲ ਆ, 6 ਮਹੀਨੇ ਹੋਣ ਨੂੰ ਨਹੀਂ ਆਏ ਤੇ ਤੁਹਾਡੇ ਕੋਲ ਨੋਟੀਫਿਕੇਸ਼ਨਾਂ ਗਿਣੀਆਂ ਨਹੀਂ ਜਾ ਰਹੀਆਂ। ਠੀਕ ਆ, ਮਤਲਬ ਇਹ ਐਕਸਪੀਰੀਅੰਸ ਅੱਜ ਤੱਕ ਦੇ ਮੈਂ ਆਪਣੇ ਤਜਰਬੇ 'ਚ ਹਰ ਪੋਲੀਟੀਕਲ ਪਾਰਟੀ ਦੇ ਅਖੀਰਲੇ ਸਾਲ 'ਚ ਦੇਖਿਆ ਹੈ। ਬਾਦਲ ਸਾਹਿਬ ਨੇ ਵੀ ਭਰਤੀਆਂ ਐਵੇਂ ਕੱਢੀਆਂ ਸੀ, ਪਰ 5ਵੇਂ ਸਾਲ ਜਾ ਕੇ ਸੁਖਬੀਰ ਸਿੰਘ ਬਾਦਲ 2012 ਤੋਂ ਲੈ ਕੇ 17 ਤੱਕ ਤਕਰੀਬਨ ਸੀਐਮ ਸੀਗੇ। ਠੀਕ ਆ, ਉਹਨਾਂ ਨੇ ਵੀ ਇਹੀ ਜਲਵਾ ਦਿਖਾਇਆ ਸੀ ਅਖੀਰਲੇ ਸਾਲ 'ਚ। ਠੀਕ ਆ, ਪਰ ਇਹ ਐਕਸਪੀਰੀਅੰਸ ਆਪਣੇ ਆਪ 'ਚ ਇੱਕ ਨਵਾਂ ਐਕਸਪੀਰੀਅੰਸ ਆ, ਤੇ ਸਾਨੂੰ ਐਟਲੀਸਟ ਹੁਣ ਤੱਕ ਤਾਂ ਰਿਗਰੈਟ ਨਹੀਂ ਹੋ ਰਿਹਾ। ਅੱਗੇ ਰਿਗਰੈਟ ਹੋਵੇ ਤਾਂ ਪਤਾ ਨਹੀਂ, ਪਰ ਹੁਣ ਤੱਕ ਸਾਨੂੰ ਰਿਗਰੈਟ ਨਹੀਂ ਹੋ ਰਿਹਾ ਕਿ ਅਸੀਂ ਕਿਸੇ ਗਲਤ ਪਾਰਟੀ ਨੂੰ ਮੌਕਾ ਦਿੱਤਾ ਹੈ। ਤਾਂ ਪੋਲੀਟੀਕਲ ਪਾਰਟੀਆਂ ਦਾ ਅਲਟਰਨੇਟ ਪੋਲੀਟੀਕਲ ਪਾਰਟੀਆਂ ਹੀ ਹੁੰਦੀਆਂ ਹੈ। ਅਸੀਂ ਇਹਨਾਂ ਨੂੰ ਥੋੜ੍ਹਾ ਕਹਿ ਰਹੇ ਹਾਂ, ਅਸੀਂ ਸਿਮਰਨਜੀਤ ਸਿੰਘ ਮਾਨ ਨੂੰ ਥੋੜ੍ਹਾ ਕਹਿ ਰਹੇ ਹਾਂ ਕਿ ਅਸੀਂ ਤੁਹਾਨੂੰ ਵੋਟ ਨਹੀਂ ਪਾਵਾਂਗੇ। ਤੁਸੀਂ ਇੱਕ ਪੋਲੀਟੀਕਲ ਆਈਡੀਓਲੋਜੀ, ਇੱਕ ਝੰਡੇ ਥੱਲੇ ਸਾਰੇ ਰਾਈਟ ਵਿੰਗ ਵਾਲੇ ਇਕੱਠੇ ਹੋ ਜਾਓ। ਠੀਕ ਆ, ਆਪਣਾ ਸਾਨੂੰ ਏਜੰਡਾ ਦਿਓ, ਅਸੀਂ ਦੇਖਾਂਗੇ। ਮੈਂ ਨਹੀਂ ਵੋਟ ਪਾਊਂਗਾ, ਮੇਰੇ ਰਿਸ਼ਤੇਦਾਰ ਪਾਉਣਗੇ, ਮੇਰੇ ਖਾਸ ਘਰ ਦੇ ਪਾਉਣਗੇ। ਤੁਸੀਂ ਇੱਕ ਪੋਲੀਟੀਕਲ ਏਜੰਡਾ ਤਾਂ ਦਿਓ। ਲੈਫਟਿਸਟ ਸੀਗੇ, ਕਿਸਾਨ ਝੰਡੇ, ਤੁਸੀਂ ਤੁਰ ਪਏ ਇਕੱਠੇ। ਤੁਸੀਂ ਇੱਕ ਪੋਲੀਟੀਕਲ ਝੰਡੇ ਥੱਲੇ ਇਕੱਠੇ ਹੋ ਕੇ ਸਾਨੂੰ ਆਪਣਾ ਏਜੰਡਾ ਦਿਓ, ਅਸੀਂ ਚੈੱਕ ਕਰਾਂਗੇ। ਸਾਨੂੰ ਸੂਟ ਕੀਤਾ, ਉਹ 'ਚ ਸਾਡੀਆਂ ਨੌਕਰੀਆਂ, ਸਾਡੇ ਧਰਮ ਦੀ ਰੱਖਿਆ, ਸਾਡੀਆਂ ਜਿਹੜੀਆਂ ਜ਼ਰੂਰੀ ਛੋਟੀਆਂ-ਮੋਟੀਆਂ ਮੰਗਾਂ ਸਾਡੀਆਂ ਉਹ ਹੋਈਆਂ, ਅਸੀਂ ਕਰਾਂਗੇ। ਇਹ ਸਰਕਾਰ ਜੋ ਕਰ ਰਹੀ ਹੈ, ਇਹ ਸਭ ਕੁਝ ਪਰਫੈਕਟ ਥੋੜ੍ਹਾ ਕਰ ਰਹੀ ਹੈ। ਇਹ ਸਰਕਾਰ ਜੋ ਕਰ ਰਹੀ ਆ 70-80% ਠੀਕ ਆ, ਪਰ ਸਾਨੂੰ ਇਹ ਨਹੀਂ ਡਰ ਲੱਗਦਾ ਕਿ ਯਾਰ ਤੀਜੇ ਦਿਨ ਕਿਤੇ ਕੋਈ ਬੰਬ ਧਮਾਕਾ ਹੋ ਜਾਂਦਾ ਹੈ। ਸਾਨੂੰ ਇਹ ਵੀ ਤਾਂ ਸਾਡਾ ਕੰਸਰਨ ਆ, ਪਰ ਸਾਨੂੰ ਇਹ ਆ ਕਿ ਜੋ ਇਹ ਕਰ ਰਹੀ ਆ ਤੇ ਜੋ ਇਹਦੇ ਤੋਂ ਨਹੀਂ ਹੋ ਪਾ ਰਿਹਾ, ਉਹਦੇ ਤੇ ਜੋ ਇਹ ਕਰ ਰਹੀ ਆ ਉਹ ਜ਼ਿਆਦਾ ਵਧੀਆ ਡੋਮੀਨੇਟ ਕਰ ਗਿਆ। ਅਸੀਂ ਇਹਨਾਂ ਤੋਂ ਖੁਸ਼ ਆ। ਸਾਨੂੰ ਇਸ ਤੋਂ ਵਧੀਆ ਅਲਟਰਨੇਟ ਦਿਓ, ਪਰ ਪੋਲੀਟੀਕਲ ਪਾਰਟੀ ਬਣ ਕੇ ਦਿਓ। ਪੋਲੀਟੀਕਲ ਆਈਡੀਓਲੋਜੀ ਦੀ ਸਭ ਤੋਂ ਵੱਡੀ ਰੂਲ ਖਾਸੀਅਤ ਇਹ ਆ ਕਿ ਆਈਡੀਓਲੋਜੀ ਇੱਕੋ ਪੁਆਇੰਟ ਤੋਂ ਚੱਲਦੀ ਹੈ। ਤੁਸੀਂ ਆਪੋ ਆਪਣੇ ਵਿਚਾਰ ਵਿੱਚ ਪੇਸ਼ ਨਹੀਂ ਕਰ ਸਕਦੇ। ਤੇ ਖੈਰ, ਆਪਾਂ ਇੱਥੇ ਚੱਲਦੇ ਹਾਂ। ਅਸੀਂ ਪਹੁੰਚ ਗਏ ਸੀਗੇ ਪਾਰਲੀਮੈਂਟ ਤੇ। ਪਾਰਲੀਮੈਂਟ 'ਚ ਬਣਦੇ ਆ ਕਾਨੂੰਨ ਦੋ ਪ੍ਰਕਾਰ ਦੇ ਹੋ ਸਕਦੇ ਆ। ਕਿਸਾਨੀ ਬਿੱਲ ਨਾਲ ਸੰਬੰਧਿਤ ਸਵਾਲ ਸੀਗਾ ਮੇਰਾ। ਇਹ ਜਿਹੜਾ ਕਿਸਾਨੀ ਬਿੱਲ ਸੀਗੇ ਜਿਹੜੇ 3 ਆਏ ਸੀ, ਇਹ ਕਨਸਟੀਟਿਊਸ਼ਨਲ ਬਿੱਲ ਸੀਗੇ ਕਿ ਆਮ ਬਿੱਲ ਸੀ, ਆਰਡੀਨਰੀ ਬਿੱਲ ਸੀ? ਇਹ ਆਰਡੀਨਰੀ ਬਿੱਲ ਸੀਗੇ। ਇਹ ਕੋਈ ਸੰਵਿਧਾਨ 'ਚ ਥੋੜਾ ਸੋਧ ਹੋਈ ਸੀਗੀ। ਇਹ ਤਾਂ ਲੋਕਾਂ ਦੀ ਸਹੂਲਤ ਵਾਸਤੇ 3 ਬਿੱਲ ਬਣਾਏ ਗਏ ਸੀਗੇ, ਪਰ ਉਹ ਲੋਕਾਂ ਨੂੰ ਨਹੀਂ ਪਸੰਦ ਆਏ। ਤਾਂ ਇਹ ਕਿਹੜੀ ਮੈਜੋਰਟੀ ਨਾਲ ਬਣਾਏ ਗਏ ਹੋਣਗੇ? 2/3 ਨਾਲ ਕਿ ਸਿੰਪਲ ਨਾਲ? ਸਿੰਪਲ ਨਾਲ, 50% ਨਾਲ। ਇਹਦਾ 2/3 ਵਾਲਾ ਕੋਈ ਰੌਲਾ ਨਹੀਂ ਸੀਗਾ। ਇਹ ਦੱਸੋ ਜੀ, ਕਹਾਣੀ ਕਲੀਅਰ? ਇਟ ਮੀਨਸ ਕਨਸੈਪਟ ਬਿਲਕੁਲ ਕਲੀਅਰ ਹੋਣਾ ਚਾਹੀਦਾ। ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਕੀ ਕਹਾਣੀ ਹੈ। ਤਾਂ ਆਹ ਲਓ ਜੀ, ਇਹ ਆਪਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਦੇਸ਼ 'ਚ ਕਾਨੂੰਨ ਬਣਦੇ ਪਤਾ ਕਿਵੇਂ ਆ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ 2 ਹਾਊਸ ਨੇ, ਇੱਕ ਦਾ ਨਾਮ ਅਸੈਂਬਲੀ, ਇੱਕ ਦਾ ਨਾਮ ਲੋਕ ਸਭਾ, ਇੱਕ ਦਾ ਨਾਮ ਰਾਜ ਸਭਾ। ਮੈਂ ਦੁਬਾਰਾ ਬੋਲ ਰਿਹਾ, ਇਹ ਹਾਊਸ ਆਫ ਪੀਪਲ ਆ, ਇਹ ਕਾਉਂਸਲ ਆਫ ਸਟੇਟਸ ਆ। ਬਸ ਮੇਰਾ ਮਸਲਾ ਸਿਰਫ ਇਸ ਚੀਜ਼ ਨਾਲ ਸੰਬੰਧਿਤ ਆ ਕਿ ਕਾਨੂੰਨ ਪਹਿਲਾਂ ਇੱਥੋਂ ਚੱਲੂਗਾ ਕਿ ਥੱਲਿਓਂ ਚੱਲੂਗਾ। ਕਾਨੂੰਨ ਪਹਿਲਾਂ ਕਿਤਿਓਂ ਵੀ ਚੱਲ ਸਕਦਾ ਹੈ। ਲੋਕ ਸਭਾ ਤੋਂ ਪਾਸ ਹੋ ਕੇ ਰਾਜ ਸਭਾ ਤੋਂ ਪਾਸ ਹੋ ਜੇ, ਚਾਹੇ ਰਾਜ ਸਭਾ ਤੋਂ ਪਾਸ ਹੋ ਕੇ ਲੋਕ ਸਭਾ 'ਚੋਂ ਪਾਸ ਹੋ ਜੇ। ਕਾਨੂੰਨ ਪਹਿਲਾਂ ਇੱਕ ਹਾਊਸ 'ਚੋਂ ਪਾਸ ਹੋਊਗਾ, ਫਿਰ ਦੂਜੇ ਹਾਊਸ 'ਚੋਂ। ਪਹਿਲਾ ਕਿਹੜਾ ਤੇ ਦੂਜਾ ਕਿਹੜਾ ਤੈਅ ਕਰਨ ਦਾ ਕੋਈ ਚੱਕਰ ਵਾਲੀ ਗੱਲ ਹੀ ਨਹੀਂ। ਪਰ ਸਾਡੇ ਦੇਸ਼ ਦੀ ਪਾਰਲੀਮੈਂਟ ਦੀ ਇੱਕ ਖਾਸੀਅਤ ਹੋਰ ਆ। ਸਾਡੇ ਦੇਸ਼ 'ਚ ਬਿੱਲ ਉਦੋਂ ਤੱਕ ਪਾਸ ਨਹੀਂ ਮੰਨਿਆ ਜਾਂਦਾ, ਉਦੋਂ ਤੱਕ ਉਹਨੂੰ ਐਕਟ ਨਹੀਂ ਕਿਹਾ ਜਾਂਦਾ ਜਦੋਂ ਤੱਕ ਇਸ ਦੇਸ਼ ਦਾ ਰਾਸ਼ਟਰਪਤੀ ਉਹਨੂੰ ਕੀ ਨਹੀਂ ਕਰਦਾ? ਸਾਈਨ। ਇਸੇ ਕਰਕੇ ਮੇਰੀ ਇੱਕ ਗੱਲ ਧਿਆਨ ਨਾਲ ਸਮਝਿਓ ਕਿ ਸਾਡੇ ਦੇਸ਼ 'ਚ ਪਾਰਲੀਮੈਂਟ ਦਾ ਮਤਲਬ ਪਤਾ ਕੀ ਆ? ਲੋਕ ਸਭਾ ਜਮਾ
राज्य सभा जमा ਪ੍ਰੈਜ਼ੀਡੈਂਟ। ਆ ਸ਼ਬਦ ਬਹੁਤ ਇੰਪੋਰਟੈਂਟ ਆ ਕਿ ਇਸ ਦੇਸ਼ ਇੰਡੀਆ ਦੇ ਕੰਟੈਕਸਟ 'ਚ ਲੋਕ ਸਭਾ ਤੇ ਰਾਜ ਸਭਾ ਤੇ ਆ ਮਿਲ ਕੇ ਕਹਿੰਦਾ ਸਾਡੇ ਸੈਂਟਰ ਦੇ ਸਰਕਾਰ ਦੇ ਇਹਨਾਂ ਨੇ ਕੀ ਲਿਖਿਆ 2 ਆਰਗਨ ਹੁੰਦੇ ਆ, ਤਾਂ ਮੈਂ ਇਹ ਕਹੂੰਗਾ ਕਿ ਸੈਂਟਰ ਦੇ 3 ਆਰਗਨ ਹੁੰਦੇ ਆ, ਲੈਜਿਸਲੇਚਰ, ਐਗਜ਼ੈਕਟਿਵ ਤੇ ਤੀਜਾ ਕਿਹੜਾ ਜੁਡੀਸ਼ਰੀ। ਠੀਕ ਆ, ਤੇ ਲੈਜਿਸਲੇਚਰ ਦੇ ਵਿੱਚ ਲੈਜਿਸਲੇਚਰ 'ਚ 2 ਚੀਜ਼ਾਂ ਹੁੰਦੀਆਂ ਹੈ ਪਾਰਲੀਮੈਂਟ 'ਚ, ਲੋਕ ਸਭਾ ਰਾਜ ਸਭਾ ਤੇ ਇੱਕ ਮੈਂ ਨਾਲ ਹੋਰ ਸ਼ਬਦ ਪਾਉਂਗਾ ਕੀ ਵਾਲਾ ਪ੍ਰੈਜ਼ੀਡੈਂਟ। ਇਸ ਦੇਸ਼ 'ਚ ਪਾਰਲੀਮੈਂਟ ਦਾ ਮਤਲਬ ਹੀ ਕੀ ਆ, ਲੋਕ ਸਭਾ ਪਲੱਸ ਰਾਜ ਸਭਾ ਪਲੱਸ ਪ੍ਰੈਜ਼ੀਡੈਂਟ। ਉਹ ਮਾੜੇ ਪਿੱਛੇ ਜੇ ਇੱਕ ਪੇਪਰ ਹੋਇਆ ਸੀ ਸੀਨੀਅਰ ਸਹਾਇਕ ਦਾ ਪੀਪੀਐਸਸੀ ਨੇ ਲਿਆ ਸੀਗਾ, ਤੇ ਪਿੱਛੇ ਉਹ ਇੱਕ ਹੋਰ ਪੇਪਰ ਹੋਇਆ ਸੀ ਪੀਪੀਐਸਸੀ ਪ੍ਰਿੰਸੀਪਲਸ। ਸਵਾਲ ਕੀ ਆਏ ਸੀਗੇ ਕਿ ਦਾ ਪਾਰਲੀਮੈਂਟ ਕੰਸਿਸਟ ਆਫ ਲੋਕ ਸਭਾ ਐਂਡ ਰਾਜ ਸਭਾ ਓਨਲੀ, ਪ੍ਰੈਜ਼ੀਡੈਂਟ ਲੋਕ ਸਭਾ ਰਾਜ ਸਭਾ ਐਂਡ ਪ੍ਰੈਜ਼ੀਡੈਂਟ ਲੋਕ ਸਭਾ ਰਾਜ ਸਭਾ ਪ੍ਰੈਜ਼ੀਡੈਂਟ ਐਂਡ ਪ੍ਰਾਈਮ ਮਿਨਿਸਟਰ ਓਨਲੀ। ਤਾਂ ਆਪਸ਼ਨਸ ਐਕਸਪਲੋਰ ਕਰਨੇ ਸੀਗੇ, ਬੜੀ ਆਸਾਨੀ ਨਾਲ ਕਰ ਸਕਦੇ ਹੋ ਤੁਸੀਂ। ਸੋ ਆਹ ਕਹਾਣੀ ਤਾਂ ਮੈਂ ਉਮੀਦ ਕਰਦਾ ਕਿ ਤੁਹਾਨੂੰ ਕਲੀਅਰ ਹੋ ਗਈ ਹੋਊਗੀ। ਹੁਣ ਇਹ ਤਾਂ ਗੱਲ ਸਮਝ ਆ ਗਈ ਕਿ ਸਾਡੇ ਦੇਸ਼ 'ਚ 2 ਹਾਊਸ ਨੇ। ਠੀਕ ਆ, ਇੱਕ ਕਿਹੜਾ ਹੈ ਜੀ ਲੋਕ ਸਭਾ ਤੇ ਇੱਕ ਕਿਹੜਾ ਹਾਊਸ ਆਪਣੇ ਕੋਲ ਰਾਜ ਸਭਾ। ਤੇ ਕਨਸਟੀਟਿਊਸ਼ਨ 'ਚ ਇਹਨਾਂ ਦੇ ਨਾਮ ਕੌਂਸਲ ਆਫ ਲੋਕ ਸਭਾ ਦਾ ਕਨਸਟੀਟਿਊਸ਼ਨ 'ਚ ਨਾਮ ਕੀ ਆ ਹਾਊਸ ਆਫ ਪੀਪਲ, ਤੇ ਰਾਜ ਸਭਾ ਦਾ ਨਾਮ ਕੀ ਆ ਕੌਂਸਲ ਆਫ ਸਟੇਟਸ। ਹੁਣ ਕਹਾਣੀ ਇਹ ਆ, ਇੱਥੇ ਆ ਕੇ ਮੈਂ ਤੁਹਾਨੂੰ ਇੱਕ ਗੱਲ ਬਹੁਤ ਸਪਸ਼ਟ ਕਲੀਅਰ ਕਰਦਾ ਕਿ ਇਸ ਵੀਡੀਓ ਨੂੰ ਜੇ ਤੁਸੀਂ YouTube ਤੇ ਜਾਂ ਕਿਤੇ ਵੀ ਐਪ 'ਚ ਦੇਖ ਰਹੇ ਹੋ ਨਾ, ਤਾਂ ਪਾਰਲੀਮੈਂਟਰੀ ਸਿਸਟਮ ਵਾਲੀ ਇੱਕ ਵੀਡੀਓ ਜਿਹੜੀ ਕਿ ਬਹੁਤ ਜ਼ਰੂਰੀ ਆ। ਹੁਣ ਤੁਸੀਂ ਕਹੋਗੇ ਕਿ ਪਾਰਲੀਮੈਂਟਰੀ ਸਿਸਟਮ ਵਾਲੀ ਵੀਡੀਓ ਇੰਨੀ ਜ਼ਰੂਰੀ ਕਿਉਂ ਆ, ਉਹਦੇ ਤੇ ਇੰਨਾ ਫੋਕਸ ਕਿਉਂ ਆ? ਕਿਉਂਕਿ ਇਹ ਸਮਝਣ ਦੀ ਕੋਸ਼ਿਸ਼ ਕਰਿਓ ਕਿ ਸਾਡੇ ਦੇਸ਼ 'ਚ 2 ਹਾਊਸ ਨੇ। ਇੱਕ ਹਾਊਸ ਦਾ ਨਾਮ ਕੀ ਹੈ ਸਾਡੇ ਲੋਕ ਸਭਾ, ਇੱਕ ਦਾ ਹਾਊਸ ਨਾਮ ਕੀ ਆ ਰਾਜ ਸਭਾ। ਠੀਕ ਆ ਜੀ, ਇੱਕ ਹਾਊਸ ਦਾ ਨਾਮ ਆ ਲੋਕ ਸਭਾ, ਇੱਕ ਹਾਊਸ ਦਾ ਨਾਮ ਕੀ ਆ ਰਾਜ ਸਭਾ। ਭਾਰਤ 'ਚ 543 ਹਿੱਸੇ ਆ। ਭਾਰਤ ਨੂੰ ਜਦੋਂ ਭਾਰਤ ਦੇ ਵਿੱਚ ਜਦੋਂ ਲੋਕ ਸਭਾ 'ਚੋਂ ਬੰਦੇ ਚੁਣਨੇ ਹੁੰਦੇ ਆ ਨਾ ਲੋਕਾਂ ਦੁਆਰਾ, ਤਾਂ ਭਾਰਤ ਪੂਰੇ ਨੂੰ 543 ਪਾਰਟਸ 'ਚ ਡਿਵਾਈਡ ਕਰ ਲਿਆ ਜਾਂਦਾ ਹੈ। ਤੇ 543 ਪਾਰਟਸ ਨੂੰ ਕਿਹਾ ਜਾਂਦਾ ਹੈ 543 ਹਲਕੇ ਜਾਂ ਕੌਂਸਟੀਟੂਐਂਸੀਜ਼। ਠੀਕ ਆ, ਹਰ ਇੱਕ ਕੌਂਸਟੀਟੂਐਂਸੀ 'ਚ ਹੁਣ ਜਿਹੜੀ ਮੈਂ ਗੱਲ ਦੱਸ ਰਿਹਾ ਨਾ, ਇੱਥੇ ਮੈਂ ਇਹ ਗੱਲ 5 ਮਿੰਟ 'ਚ ਦੱਸਣੀ ਆ, ਪਰ ਉਸ ਲੈਕਚਰ 'ਚ ਇਸੇ ਗੱਲ ਨੂੰ ਮੈਂ ਅੱਧੇ ਘੰਟੇ 'ਚ ਐਲੈਬੋਰੇਟ ਕੀਤਾ ਹੈ। ਸੋ ਇਹ ਤੁਹਾਡੀ ਜ਼ਿੰਮੇਵਾਰੀ ਆ ਉਸ ਲੈਕਚਰ ਨੂੰ ਦੇਖਣਾ। ਲੋਕ ਸਭਾ 'ਚ ਤੇ ਜੇ YouTube ਤੇ ਆ ਤਾਂ ਇਹਦੀ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਉਹਦਾ ਲਿੰਕ ਹੈਗਾ, ਇੰਡੀਅਨ ਪਾਰਲੀਮੈਂਟਰੀ ਸਿਸਟਮ ਐਪ ਤੇ ਉਹਦਾ ਤੁਹਾਨੂੰ ਲੱਭ ਹੀ ਜਾਊਗਾ। ਲੋਕ ਸਭਾ ਵਾਲਾ ਜਿਹੜਾ ਲੈਕਚਰ ਆ, ਲੋਕ ਸਭਾ ਵਾਲਾ ਜਿਹੜਾ ਪੁਆਇੰਟ ਆ, ਇੱਥੇ ਧਿਆਨ ਨਾਲ ਸੁਣਿਓ। 543 ਹਿੱਸਿਆਂ 'ਚ ਡਿਵਾਈਡ ਹੁੰਦਾ ਹੈ ਭਾਰਤ। ਠੀਕ ਆ, 543 ਹਲਕੇ ਹੁੰਦੇ ਆ, ਤੇ ਹਰ ਹਲਕੇ 'ਚ ਇੱਕ ਜਗ੍ਹਾ ਇੱਕ ਬੰਦਾ ਚੁਣ ਕੇ ਜਿੱਤ ਕੇ ਆਉਣਾ ਹੁੰਦਾ ਹੈ। ਹਰ ਹਲਕੇ 'ਚੋਂ ਇੱਕ ਬੰਦਾ ਜਿੱਤ ਕੇ ਆਉਣਾ ਹੁੰਦਾ ਹੈ। ਉਸ ਹਲਕੇ 'ਚ ਵੋਟਾਂ 'ਚ ਕਿੰਨੇ ਬੰਦੇ ਖੜ ਸਕਦੇ ਆ ਇਨਫਾਈਨਾਈਟ, ਭਾਵੇਂ 15 ਖੜ ਜਾਣ ਭਾਵੇਂ 16 ਖੜ ਜਾਣ। ਉਹ ਤੇ ਗੱਲ ਆਡਾ, ਮੈਨੂੰ ਲੱਗਦਾ ਸ਼ਾਇਦ ਮਸ਼ੀਨ 64 ਤੇ ਜਾ ਕੇ ਜਵਾਬ ਦੇ ਜਾਂਦੀ ਹੈ, ਕਿਉਂਕਿ ਇੱਕ ਜਿਹੜੀ ਮਸ਼ੀਨ ਆ ਨਾ, ਇੱਕ ਮਸ਼ੀਨ ਦੇ ਨਾਲ ਇੱਕ ਸੈਂਟਰਲ ਯੂਨਿਟ ਹੁੰਦਾ ਹੈ ਤੇ 4 ਬੈਲਟ ਹੁੰਦੇ ਆ, ਡੱਬੇ ਲੱਗੇ ਹੁੰਦੇ ਆ। ਇੱਕ ਡੱਬੇ 'ਚ 16 ਬਟਨ ਹੁੰਦੇ ਆ, ਤੇ ਇੱਕ ਦੇ ਨਾਲ 4 ਹੀ ਅਟੈਚ ਹੋ ਸਕਦੀਆਂ ਸੈਂਟਰਲ ਯੂਨਿਟ ਨਾਲ। ਤੇ ਜੇ 4 ਵੀ ਅਟੈਚ ਹੋ ਗਈਆਂ ਤਾਂ ਇੱਕ ਦੇ 16 ਦੇ ਟੋਟਲ ਕਿੰਨੇ ਜਾਣੇ ਇਲੈਕਸ਼ਨ 'ਚ ਖੜ ਸਕਦੇ ਆ 64। ਜੇ ਉਸ ਹਲਕੇ 'ਚੋਂ 65 ਬੰਦਿਆਂ ਨੇ ਅਪਲਾਈ ਕਰਤਾ, ਫਿਰ ਉੱਥੇ ਡੱਬੇ ਨਾਲ ਵੋਟਾਂ ਪੈਣਗੀਆਂ। ਮਤਲਬ ਪੇਪਰ 'ਚ ਜੇ ਇਹ ਗੱਲ ਆ ਜਾਏ ਕਿ ਕਿੰਨੇ ਬੰਦੇ ਅਪਲਾਈ ਕਰਨ ਕਿ ਵੋਟਾਂ ਡੱਬੇ ਨਾਲ ਪੈ ਜਾਣ ਕਿਸੇ ਇਲਾਕੇ 'ਚ, ਤਾਂ ਕਿੰਨੇ ਜਾਣੇ ਆ 65 ਜਾਣੇ ਅਪਲਾਈ ਕਰਨਗੇ ਤਾਂ ਵੋਟਾਂ ਡੱਬੇ 'ਚ ਪੈ ਜਾਣਗੀਆਂ। ਠੀਕ ਹੈ ਜੀ, 64 ਜਾਣਿਆਂ ਤੱਕ ਉਹ ਮਸ਼ੀਨ ਜਿਹੜੀ ਆ ਚੱਲ ਸਕਦੀ ਆ। ਮਸ਼ੀਨ ਇਸ ਕਰਕੇ ਵਰਤੀਆਂ ਜਾਣ ਲੱਗ ਪਈਆਂ ਕਿਉਂਕਿ ਇਹਦੇ ਨਾਲ ਨਾ ਜਾਲੀ ਵੋਟਾਂ ਦਾ ਖਤਰਾ ਬਹੁਤ ਘਟ ਗਿਆ। ਹੁਣ ਉਹ ਕਿਵੇਂ, ਉਹ ਅੱਗੇ ਜਾ ਕੇ ਡਿਸਕਸ ਕਰਾਂਗੇ ਆਪਾਂ। ਕਿਉਂਕਿ ਜੇ ਤੁਸੀਂ ਮਸ਼ੀਨ ਤੋਂ ਵੋਟ ਪਾਉਣੀ ਆ ਨਾ, ਮਸ਼ੀਨ ਤੋਂ ਵੋਟ ਪਾਉਣੀ ਆ, ਤਾਂ ਸਟੈਪ ਨੂੰ ਫੋਲੋ ਕਰਨ 'ਚ ਪਹਿਲਾਂ ਉੱਥੋਂ ਫਿਰ ਦੂਜਾ ਫਿਰ ਤੀਸਰਾ ਸਟੈਪ ਨੂੰ ਫੋਲੋ ਕਰਨ 'ਚ ਵੀ ਅੱਧਾ ਮਿੰਟ ਲੱਗਦਾ ਹੈ। ਅੱਧਾ ਮਿੰਟ 'ਚ ਇੱਕ ਵੋਟ ਪੈ ਸਕਦੀ ਹੈ। ਜੇ ਤੁਸੀਂ ਜਲਦੀ ਬਟਨ ਵੀ ਦੱਬੋ ਸੈਂਟਰਲ ਯੂਨਿਟ ਤੋਂ ਲੈ ਕੇ ਉੱਥੋਂ ਤੱਕ, ਅੱਧੇ ਮਿੰਟ 'ਚ ਇੱਕ ਵੋਟ ਪਊਗੀ। ਤੇ 1 ਮਿੰਟ 'ਚ ਕਿੰਨੀਆਂ ਵੋਟਾਂ ਪਈਆਂ 2, ਤੇ 30 ਮਿੰਟ 'ਚ ਕਿੰਨੀਆਂ ਪਈਆਂ 60। ਮਤਲਬ ਕਿ ਜੇ ਤੁਸੀਂ ਬੂਥ ਨੂੰ ਕੈਪਚਰ ਵੀ ਕਰ ਲਿਆ ਕਿਸੇ ਪਾਰਟੀ ਨੇ, ਤਾਂ ਅੱਧਾ ਘੰਟਾ ਵੀ ਜੇ ਪੁਲਿਸ ਲੇਟ ਹੋਈ ਤਾਂ ਸਿਰਫ 60 ਜਾਲੀ ਵੋਟਾਂ ਭੁਗਤ ਸਕਦੀਆਂ। ਤੇ ਜੇ ਬੈਲਟ ਵਾਲਾ ਕੰਮ ਹੋਵੇ ਤਾਂ ਅੱਧੇ ਘੰਟੇ 'ਚ ਤਾਂ ਪਾ ਖਲਾਰਾ ਦੇਣਗੇ। ਮਤਲਬ ਅੱਧੇ ਘੰਟੇ 'ਚ ਤਾਂ ਪਤਾ ਹੀ ਨਹੀਂ ਲੱਗਣਾ ਕਿ ਵੋਟਾਂ ਕਿੰਨੀਆਂ ਪੈ ਗਈਆਂ। ਇਸ ਕਰਕੇ ਬੂਥ ਕੈਪਚਰਿੰਗ ਨੂੰ ਬਚਾਉਣ ਦਾ ਬੜਾ ਵਧੀਆ ਤਰੀਕਾ ਹੈ ਬੈਲਟ, ਆਪਣਾ ਜਿਹੜਾ EVM। ਹਾਂ, ਇੱਕ ਵਿਵਾਦ ਇਹਦੇ ਨਾਲ ਜੁੜ ਗਿਆ ਕਿ ਵੋਟਾਂ ਇੱਕੋ ਪਾਰਟੀ ਨੂੰ ਪੈ ਜਾਂਦੀਆਂ, ਬਟ ਉਹਦੇ ਮਸਲੇ ਹੌਲੀ ਜਾ ਕੇ ਟਰਾਂਸਪੇਰੈਂਸੀ ਆਊਗੀ। ਠੀਕ ਆ, ਨੋ ਡਾਊਟ, ਇਹਦੇ 'ਚ ਕੋਈ ਨਹੀਂਗਾ। ਪਰ ਆਪਾਂ ਆਪਣੇ ਪੁਆਇੰਟ ਤੇ ਵਾਪਸ ਚੱਲਦੇ ਹਾਂ। ਲੋਕ ਸਭਾ ਦੀ ਗੱਲ ਕਰਦੇ ਹਾਂ। ਭਾਰਤ 543 ਹਿੱਸਿਆਂ 'ਚ ਵੰਡਿਆ ਗਿਆ। ਇੱਕ ਹਲਕੇ 'ਚੋਂ ਮਤਲਬ ਕਿ ਜਿੰਨੇ ਮਰਜ਼ੀ ਬੰਦੇ ਖੜੇ ਹੋ ਜਾਣ, ਜਿੱਤੂਗਾ ਕੌਣ? ਇਹਨੂੰ ਲੈ ਕੇ ਬਹੁਤ ਇੰਪੋਰਟੈਂਟ ਗੱਲ ਆ। ਲੋਕ ਸਭਾ ਦੇ ਇਲੈਕਸ਼ਨਾਂ ਦੀ ਇੱਕ ਖਾਸੀਅਤ ਹੁੰਦੀ ਆ, ਪੇਪਰ 'ਚ ਆ ਸਕਦਾ ਹੈ ਕਿ ਲੋਕ ਸਭਾ ਦੀਆਂ ਜਦੋਂ ਚੋਣਾਂ ਹੁੰਦੀਆਂ ਹੈ, ਇਲੈਕਸ਼ਨਸ ਹੁੰਦੀਆਂ ਹੈ, ਤਾਂ ਇੱਕ ਹਲਕੇ 'ਚੋਂ ਜਿਹੜਾ ਬੰਦਾ ਜਿੱਤਦਾ ਹੈ ਉਹਨੂੰ ਕਿਸ ਆਧਾਰ 'ਤੇ ਜਿਤਾਇਆ ਜਾਂਦਾ ਹੈ?
ਤਾਂ ਤੁਸੀਂ ਪੇਪਰ 'ਚ ਟਿਕ ਕਰਿਓ ਕਿ ਲੋਕ ਸਭਾ ਦੀਆਂ ਵੋਟਾਂ ਫਸਟ ਪਾਸਟ ਦੀ ਪੋਸਟ ਦੇ ਆਧਾਰ ਤੇ ਪੈਂਦੀਆਂ। ਕਿਹੜੇ ਆਧਾਰ ਤੇ? FPTP। ਆਹ ਫਾਰਮੂਲਾ ਬਹੁਤ ਇੰਪੋਰਟੈਂਟ ਆ। ਫਸਟ ਪਾਸਟ ਦੀ ਪੋਸਟ, ਕਿਲੇ ਨੂੰ ਪਹਿਲਾਂ ਫਤਿਹ ਕਰਨਾ। ਇਹ ਫਸਟ ਪਾਸਟ ਦੀ ਪੋਸਟ ਦਾ ਮਤਲਬ ਪਤਾ ਕੀ ਆ? ਕਿ ਆਹ ਪੋਲ ਆ, ਇੱਥੋਂ ਤੁਸੀਂ ਚੱਲੇ ਹੋ, 7 ਜਾਣੇ ਭੱਜੇ ਆ, 7 ਬੰਦੇ ਵੋਟਾਂ 'ਚ ਖੜੇ ਆ, 7 ਜਾਣੇ ਭੱਜੇ ਆ, ਕੌਣ ਜਿੱਤੂਗਾ? ਜਿਹੜਾ ਸਭ ਤੋਂ ਪਹਿਲਾਂ ਪਹੁੰਚ ਗਿਆ। ਇਟ ਮੀਨਸ 7 ਬੰਦੇ ਖੜੇ ਆ, ਉਸ ਹਲਕੇ 'ਚੋਂ ਸਿਰਫ 10,000 ਬੰਦੇ ਨੇ ਵੋਟ ਪਾਈ ਆ। 10,000 ਬੰਦੇ ਨੇ ਵੋਟ ਪਾਈ ਆ ਤਾਂ 1100 ਵੋਟਾਂ ਵਾਲਾ ਵੀ ਜਿੱਤ ਸਕਦਾ ਹੈ। ਜੇ ਬਾਕੀਆਂ ਨੂੰ 1100 ਤੋਂ ਘੱਟ ਵੋਟਾਂ ਪਈਆਂ ਹੋਣ, ਜੇ ਬਾਕੀਆਂ ਨੂੰ 1100 ਤੋਂ ਘੱਟ ਵੋਟਾਂ ਪਈਆਂ ਤਾਂ 1100 ਵੋਟਾਂ ਵਾਲਾ ਹੀ ਜਿੱਤੂਗਾ। ਇਟ ਮੀਨਸ ਇੱਕ ਕਨਸੈਪਟ ਕਲੀਅਰ ਹੋ ਗਿਆ ਆਪਾਂ ਨੂੰ, ਜਿਹੜਾ ਸਭ ਤੋਂ ਸਟ੍ਰਿਕਟਲੀ ਕਲੀਅਰ ਸੀਗਾ ਕਿ ਇਹਦੇ 'ਚ ਜਿੱਤਣ ਵਾਸਤੇ 10,000 ਦਾ ਅੱਧ ਕਿੰਨਾ ਹੋ ਗਿਆ? 5,000। ਕਿਤੇ ਇਹੋ ਜਿਹੀ ਕੰਡੀਸ਼ਨ ਆਈ ਹੈ ਕਿ ਤੁਹਾਨੂੰ 50% ਵੋਟਾਂ ਲੈਣੀਆਂ ਜ਼ਰੂਰੀ ਹੈ? ਕੋਈ ਫਾਰਮੂਲਾ ਨਹੀਂ ਇਹੋ ਜਿਹਾ। ਇੱਥੇ ਆ ਜਿਹੜਾ ਪਹਿਲਾਂ ਪੋਸਟ ਨੂੰ ਕ੍ਰਾਸ ਕਰ ਗਿਆ ਉਹ ਜਿੱਤ ਗਿਆ। ਫਸਟ ਪਾਸ ਦੀ ਪੋਸਟ, ਜਿਹੜਾ ਇਸ ਪੋਸਟ ਨੂੰ ਇੱਥੋਂ ਚੱਲ ਕੇ ਪਹਿਲਾਂ ਪਹੁੰਚ ਗਿਆ। ਕਿ ਇੱਕ ਹਲਕੇ 'ਚੋਂ ਜਿੱਤਣ ਵਾਸਤੇ ਤੁਹਾਨੂੰ 50% ਵੋਟਾਂ ਲੈਣੀਆਂ ਜ਼ਰੂਰੀ ਹੈ। ਇਜ਼ ਇਟ ਟਰੂ? ਨਹੀਂ, ਇਹ ਬਿਲਕੁਲ ਜ਼ਰੂਰੀ ਨਹੀਂਗਾ। ਤੁਸੀਂ ਬਸ ਸਭ ਤੋਂ ਵੱਧ ਵੋਟਾਂ ਲੈਣੀਆਂ। ਹਾਂ, ਮੰਨ ਲਓ ਇੱਕ ਹਲਕੇ 'ਚ 10,000 ਵੋਟਾਂ ਪਈਆਂ, 10,000 ਦਾ 1/6 ਕਿੰਨਾ ਹੁੰਦਾ ਹੈ? 10,000 ਦਾ 1/6 ਹੁੰਦਾ ਹੈ 1666 ਵੋਟਾਂ। ਰੱਬ ਨਾ ਕਰੇ ਤੁਹਾਨੂੰ 1666 ਤੋਂ ਘੱਟ ਵੋਟਾਂ ਪਈਆਂ, ਫਿਰ ਇੱਕ ਨੁਕਸਾਨ ਜ਼ਰੂਰ ਆ ਤੁਹਾਨੂੰ। ਤੁਸੀਂ ਇਲੈਕਸ਼ਨਸ ਤੋਂ ਪਹਿਲਾਂ ਇੱਕ ਸਿਕਿਉਰਿਟੀ ਜਮ੍ਹਾਂ ਕਰਾਈ ਹੁੰਦੀ ਹੈ ਆਪਣੇ ਰਿਟਰਨਿੰਗ ਅਫਸਰ ਨੂੰ, ਜਿਹੜਾ ਉੱਥੋਂ ਦਾ ਰਿਟਰਨਿੰਗ ਅਫਸਰ ਹੁੰਦਾ, ਜਿਹੜਾ ਵੋਟਾਂ ਪਵਾ ਰਿਹਾ ਹੁੰਦਾ, ਜਿਹੜਾ ਉਸ ਹਲਕੇ ਦਾ ਅਫਸਰ ਹੁੰਦਾ ਹੈ, ਉਹ ਤੁਹਾਡੀ ਸਿਕਿਉਰਿਟੀ ਨਹੀਂ ਵਾਪਸ ਆਉਂਦੀ ਜੇ 5,000 ਆ ਜਾਂ 10,000 ਆ। ਇਹ 5,000 ਨਾਲ ਤੁਸੀਂ ਵੱਡੇ ਥੋੜਾ ਹੋ ਜਾਣਾ ਸੀ ਜੇ ਤੁਸੀਂ ਵਾਪਸ ਲੈ ਵੀ ਆਉਂਦੇ। ਬੇਇੱਜ਼ਤੀ ਬਹੁਤ ਹੁੰਦੀ ਆ। ਕਿ ਕੀ ਸੁਣਨ 'ਚ ਆਉਂਦਾ ਇਹ ਗੱਲ? ਪਲੀਜ਼, ਇਹ ਸੁਣਨ 'ਚ ਆਉਂਦੀ ਇਹ ਗੱਲ ਕਿ ਅੱਛਾ ਜੀ ਇਹ ਫਲਾਣੇ ਬੰਦੇ ਦੀ ਤਾਂ ਜ਼ਮਾਨਤ ਵੀ ਜ਼ਬਤ ਹੋ ਗਈ। ਉਹ ਜਿਹੜੀ ਜ਼ਮਾਨਤ ਜ਼ਬਤ ਹੋਣ ਦੀ ਪੰਜਾਬੀ 'ਚ ਅਸੀਂ ਇੱਕ ਟਿਪੀਕਲ ਸ਼ਬਦ ਵਰਤਦੇ ਹਾਂ, ਉਹਦਾ ਮਤਲਬ ਹੀ ਇਹ ਹੁੰਦਾ ਹੈ ਕਿ ਤੁਹਾਡੀ ਜਿਹੜੀ ਸਿਕਿਉਰਿਟੀ ਹੈ ਨਾ, ਉਹ ਡਿਪੋਜ਼ਿਟ ਸੀ ਜਿਹੜੀ, ਉਹ ਤੁਹਾਡੀ ਸਰਕਾਰ ਨੇ ਦੱਬ ਲਈ। ਉਹਦੀ ਵਜ੍ਹਾ ਉਹ ਕਦੋਂ ਦੱਬੀ ਜਾਂਦੀ ਆ? ਜਦੋਂ ਤੁਹਾਨੂੰ 1/6 ਤੋਂ ਘੱਟ ਵੀ ਵੋਟਾਂ ਬਹਿਣ। ਹੁਣ ਮੈਨੂੰ ਇੱਕ ਗੱਲ ਦੱਸੋ, ਇੱਕ ਹਲਕੇ 'ਚ ਟੋਟਲ ਵੋਟਾਂ ਸੀਗੀਆਂ 15,000। ਇੱਕ ਹਲਕੇ 'ਚ ਟੋਟਲ ਵੋਟਾਂ ਸੀਗੀਆਂ 15,000, 5,000 ਬੰਦੇ ਆਈ ਨਹੀਂ ਵੋਟ ਪਾਉਣ। ਵੋਟ ਕਿੰਨੀ ਪੋਲ ਹੋਈ ਹੈ? 10,000। ਜੇ ਤੁਹਾਨੂੰ 10,000 ਵੋਟਾਂ 'ਚੋਂ ਜਿਹੜਾ ਸਭ ਤੋਂ ਪਹਿਲੇ ਨੰਬਰ ਤੇ ਆਇਆ ਉਹਨੂੰ ਪਈ 1,500 ਵੋਟ, ਦੂਜੇ ਨਾਲ ਨੂੰ ਪਈ 1,400, ਤੀਜੇ ਨੂੰ 1,350, ਅਗਲੇ ਨੂੰ 1,300, ਅਗਲੇ ਨੂੰ 1,250, ਐਵੇਂ 10,000 ਵੋਟ ਭੁਗਤ ਗਈ ਤਾਂ ਸਭ ਵੋਟਾਂ ਕਿਹੜਾ ਜਿੱਤਿਆ ਹੋਊਗਾ? 1,500 ਵਾਲਾ। ਜਿਹਨੂੰ 1,500 ਵੋਟ ਪਈ, ਜੇ ਸਭ ਤੋਂ ਵੱਧ 1,500 ਵੋਟ ਆ, ਦੂਜੇ ਵਾਲੇ ਨੂੰ 1,450 ਪਈ ਹੈ ਮੰਨ ਲਓ, ਤਾਂ 1,500 ਵੋਟਾਂ ਵਾਲਾ ਜਿੱਤ ਗਿਆ। ਪਰ ਹੈਰਾਨੀ ਦੀ ਗੱਲ ਪਤਾ ਕੀ ਆ? ਇਸ ਹਲਕੇ 'ਚ ਇੱਕ ਬੜਾ ਤਗੜਾ ਟਵਿਸਟ ਹੋਇਆ ਕਿ ਜਿੱਤੇ ਹੋਏ ਕੈਂਡੀਡੇਟ ਦੀ ਵੀ ਜ਼ਮਾਨਤ ਜ਼ਬਤ ਹੋ ਗਈ ਹੈ। ਕਿਉਂਕਿ ਜਿੱਤੇ ਹੋਏ ਦੀ ਕੈਂਡੀਡੇਟ ਦੀ ਜਿਹੜੀਆਂ ਵੋਟਾਂ ਹੋਈਆਂ ਨਾ, ਉਹ ਵੀ 10,000 ਦਾ 1/6 ਤੋਂ ਘੱਟ ਆ। ਜਿਹੜੀ ਤੁਸੀਂ ਇਹ ਗਿਣਦੇ ਹੋ ਨਾ ਕਿ 1/6 ਕਿਹਦਾ? ਟੋਟਲ ਵੋਟਾਂ ਦਾ 1/6 ਨਹੀਂ, ਕੁੱਲ ਪਈਆਂ ਹੋਈਆਂ ਵੋਟਾਂ ਦਾ। ਜਿੰਨੀਆਂ ਵੋਟਾਂ ਪੈਂਦੀਆਂ ਉਹ ਵੀ ਵੈਲਿਡ ਵੋਟਾਂ। ਪਹਿਲੀ ਗੱਲ ਪਤਾ, ਤੁਸੀਂ ਕਹੋਗੇ ਵੈਲਿਡ ਵੋਟਾਂ ਦਾ ਕੀ ਮਤਲਬ ਹੁੰਦਾ ਹੈ? ਪੁਰਾਣੇ ਜ਼ਮਾਨੇ 'ਚ ਹੁੰਦਾ ਸੀਗਾ, ਜਦੋਂ ਆਪਾਂ ਸਟੈਂਪ ਲਾਉਂਦੇ ਸੀ ਨਾ, ਜਿਹਦੀ ਸਟੈਂਪ ਗਲਤ ਲੱਗ ਜਾਂਦੀ ਸੀ, ਦੋਵਾਂ ਦੇ ਵਿੱਚ ਲੱਗ ਜਾਂਦੀ ਸੀ, ਉਹ ਵੋਟ ਇਨਵੈਲਿਡ ਮੰਨੀ ਜਾਂਦੀ ਸੀ। ਸਰਪੰਚੀ ਦੀਆਂ ਵੋਟਾਂ 'ਚ ਪਤਾ ਹੁੰਦਾ ਇਨਵੈਲਿਡ ਵੋਟਾਂ ਦਾ, ਵੈਸੇ ਨਹੀਂ ਪਤਾ ਲੱਗਦਾ ਕਿਉਂਕਿ ਸਰਪੰਚੀ ਅੱਜ ਵੀ ਉੱਥੇ ਹੀ ਪੈਂਦੀ ਆ ਨਾ ਵੋਟਾਂ। ਪਰ ਜੇ ਮੈਂ ਗੱਲ ਕਰਾਂ ਹੁਣ ਬੈਲਟ ਦੀ, ਮਸ਼ੀਨਾਂ ਦੀ, ਮਸ਼ੀਨ 'ਚ ਕੋਈ ਵੀ ਵੋਟ ਇਨਵੈਲਿਡ ਨਹੀਂ ਹੁੰਦੀ। ਜਿਹੜੀ ਵੀ ਵੋਟ ਪੈਂਦੀ ਆ ਵੈਲਿਡ ਹੀ ਪੈਂਦੀ ਆ। ਹੁਣ ਤਾਂ ਜਿੰਨੀਆਂ ਵੋਟਾਂ ਭੁਗਤੀਆਂ ਉਹਦਾ 1/6 16.6% ਤੁਹਾਨੂੰ ਪੈਣਾ ਚਾਹੀਦਾ ਹੈ। ਜੇ ਤੁਹਾਨੂੰ ਉਸ ਤੋਂ ਘੱਟ ਵੋਟਾਂ ਪੈ ਗਈਆਂ, ਭਾਵੇਂ ਤੁਸੀਂ ਜਿੱਤੋ, ਭਾਵੇਂ ਤੁਸੀਂ ਪਹਿਲੇ ਨੰਬਰ 'ਤੇ ਹੋ, ਭਾਵੇਂ ਤੁਸੀਂ ਦੂਜੇ ਨੰਬਰ 'ਤੇ ਹੋ, ਕੱਲ੍ਹ ਨੂੰ ਤੁਸੀਂ ਕਿਸੇ ਨੂੰ ਇਹ ਨਾ ਕਹਿ ਦਿਓ ਕਿ ਜੇ ਤੁਹਾਨੂੰ 1/6 ਤੋਂ ਘੱਟ ਵੋਟਾਂ ਪਈਆਂ ਤਾਂ ਤੁਹਾਡੀ ਜਿੱਤ ਕੈਂਸਲ। ਜਿੱਤ ਨਹੀਂ ਕੈਂਸਲ, ਜਿੱਤੋਗੇ ਤੁਸੀਂ, ਬਟ ਤੁਹਾਨੂੰ ਜ਼ਮਾਨਤ ਨਹੀਂ ਵਾਪਸ ਮਿਲਣੀ, ਤੁਹਾਡੀ ਜ਼ਮਾਨਤ ਜ਼ਰੂਰ ਜ਼ਬਤ ਹੋ ਜਾਊਗੀ। ਤੇ ਇੱਥੋਂ ਇੱਕ ਗੱਲ ਨਿਕਲ ਕੇ ਆਉਂਦੀ ਆ, ਇਹ IAS ਨੇ ਇੱਕ ਪੇਪਰ 'ਚ ਸਵਾਲ ਪੁੱਛਿਆ ਸੀਗਾ ਕਿ ਜੇ ਮਤਲਬ ਪੇਪਰ 'ਚ ਇਹ ਸੀਗਾ ਕਿ ਜੇ ਬਾਈ ਇੱਕ ਇਲਾਕੇ ਦੇ ਵਿੱਚ, ਠੀਕ ਆ, ਜਿੱਤੇ ਹੋਏ ਕੈਂਡੀਡੇਟ ਦੀ ਜ਼ਮਾਨਤ ਜ਼ਬਤ ਹੋ ਜਾਵੇ, ਠੀਕ ਆ, ਇਫ ਵਿਨਿੰਗ ਕੈਂਡੀਡੇਟ ਲੋਸਟ ਹਿਸ ਡਿਪੋਜ਼ਿਟ, ਜੇਕਰ ਜਿੱਤਿਆ ਹੋਇਆ ਉਮੀਦਵਾਰ ਵੀ ਆਪਣੀ ਜ਼ਮਾਨਤ ਜ਼ਬਤ ਕਰਵਾ ਲਵੇ ਤਾਂ ਹੇਠ ਲਿਖਿਆਂ ਵਿੱਚੋਂ ਕੀ ਕਾਰਨ ਹੋਵੇਗਾ? ਪਹਿਲਾ ਆਪਸ਼ਨ ਉਹਦੇ 'ਚ ਸੀਗਾ ਕਿ ਉੱਥੇ ਬਹੁਤ ਜ਼ਿਆਦਾ ਕੈਂਡੀਡੇਟ ਖੜ੍ਹ ਗਏ। ਦੂਜਾ ਆਪਸ਼ਨ ਸੀਗਾ ਕਿ ਉੱਥੇ ਵੋਟਾਂ ਹੀ ਨਹੀਂ ਪਈਆਂ। ਤੀਜਾ, ਉੱਥੇ ਬਹੁਤ ਸਾਰੀਆਂ ਇਨਵੈਲਿਡ ਵੋਟਾਂ ਪੈ ਗਈਆਂ। ਚੌਥੀ ਗੱਲ, ਇਹਨਾਂ ਵਿੱਚੋਂ ਕੋਈ ਵੀ ਪੱਕਾ ਕਾਰਨ ਨਹੀਂ ਹੈਗਾ। ਤਾਂ ਤੁਸੀਂ ਸੋਚਣ 'ਤੇ ਮਜਬੂਰ ਹੋ ਜਾਓਗੇ ਕਿ ਇਹਦਾ ਬੈਸਟ ਆਪਸ਼ਨ ਕੀ ਹੋਣਾ ਚਾਹੀਦਾ ਹੈ। ਤੁਸੀਂ ਦੱਸ ਸਕਦੇ ਹੋ ਕਿ ਜੇ ਉੱਥੇ ਵੋਟਾਂ ਹੀ ਨਹੀਂ ਪਈਆਂ,
ਜਾਂ ਉੱਥੇ ਇਨਵੈਲਿਡ ਵੋਟਾਂ ਪੈ ਗਈਆਂ, ਇਹਦੇ ਨਾਲ ਜ਼ਮਾਨਤ ਜ਼ਬਤ ਹੋਣ ਦਾ ਕੋਈ ਫਰਕ ਨਹੀਂਗਾ। ਜ਼ਮਾਨਤ ਪਤਾ ਕਦੋਂ ਜ਼ਬਤ ਹੁੰਦੀ ਆ? ਜਦੋਂ ਬਾਹਲੇ ਕੈਂਡੀਡੇਟ ਖੜ ਜਾਣ, ਕਿਉਂਕਿ ਜਦੋਂ ਬਹੁਤ ਜ਼ਿਆਦਾ ਕੈਂਡੀਡੇਟ ਖੜ ਜਾਂਦੇ ਆ ਫਿਰ ਸਾਰਿਆਂ 'ਚ ਵੋਟਾਂ ਵੰਡੀਆਂ ਜਾਂਦੀਆਂ ਤੇ ਜਿੱਤੇ ਹੋਏ ਕੈਂਡੀਡੇਟ ਦੀ ਜ਼ਮਾਨਤ ਜ਼ਬਤ ਹੋਣ ਦੇ ਚਾਂਸ ਵੱਧ ਜਾਂਦੇ ਆ। ਇਸ ਕਰਕੇ ਇਹ ਪਤਾ ਲੱਗ ਗਿਆ ਕਿ ਜ਼ਮਾਨਤ ਜ਼ਬਤ ਕਦੋਂ ਹੁੰਦੀ ਆ। ਤੇ ਮੈਂ ਇੱਕ ਗੱਲ ਦੱਸਿਆ, ਮੈਂ ਜਸਟ ਹਜੇ ਲੋਕ ਸਭਾ ਬਾਰੇ ਦੱਸਿਆ ਹੈ ਕਿ ਲੋਕ ਸਭਾ 'ਚ ਇੱਕ ਹਲਕੇ 'ਚ ਵੱਧ ਤੋਂ ਵੱਧ ਕਿੰਨੇ ਕੈਂਡੀਡੇਟ ਖੜ ਸਕਦੇ ਆ? ਜਿੰਨੇ ਮਰਜ਼ੀ। ਪਰ 64 ਦੀ ਇੱਕ ਕੰਡੀਸ਼ਨ ਜੀ ਦੱਸੀ ਆ, ਬਟ ਉਹ ਏਡੀ ਕੋਈ ਜ਼ਰੂਰੀ ਨਹੀਂ ਗੀ। 543 ਹਲਕਿਆਂ 'ਚੋਂ 543 ਬੰਦੇ ਜਿੱਤਣਗੇ ਨਾ। ਕੀ ਉਹ 543 ਦੇ 543 ਇੱਕੋ ਪੋਲੀਟੀਕਲ ਪਾਰਟੀ ਦੇ ਹੋਣਗੇ? ਨਹੀਂ। ਕੀ ਪਤਾ ਪੰਜਾਬ ਦੇ ਵਿੱਚ ਉਹਨਾਂ 543 'ਚੋਂ 13 ਹਲਕੇ ਪੰਜਾਬ 'ਚ ਹੀ ਬਣੇ ਆ। ਉਹਨਾਂ 543 ਕੌਂਸਟੀਟੂਐਂਸੀਜ਼ ਦੇ ਵਿੱਚੋਂ 13 ਕੌਂਸਟੀਟੂਐਂਸੀਜ਼ ਤਾਂ ਇਕੱਲੇ ਪੰਜਾਬ 'ਚ ਨੇ, 10 ਹਰਿਆਣੇ 'ਚ ਨੇ, 80 ਯੂਪੀ 'ਚ ਨੇ, ਕੁਛ ਰਾਜਸਥਾਨ 'ਚ, ਕੁਛ ਹਿਮਾਚਲ 'ਚ, ਦਿੱਲੀ 'ਚ 7, ਚੰਡੀਗੜ੍ਹ ਦੀ 1। ਲੋਕ ਸਭਾ ਦੇ ਹਲਕੇ ਸਾਰੀਆਂ ਸਟੇਟਾਂ 'ਚ, ਇੱਥੋਂ ਤੱਕ ਕਿ ਯੂਨੀਅਨ ਟੈਰੀਟਰੀਜ਼ 'ਚ ਵੀ ਹੁੰਦੇ ਆ, ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੀ ਹੁੰਦੇ ਆ ਤੇ ਲੋਕ ਸਭਾ ਦੇ ਹਲਕੇ। ਪੂਰੇ ਭਾਰਤ 'ਚ 543 ਹਲਕਿਆਂ 'ਚੋਂ 543 ਬੰਦੇ ਜਿੱਤ ਕੇ ਆਉਣਗੇ। ਤੁਹਾਨੂੰ ਕੀ ਪਤਾ ਕਿ ਪਟਿਆਲੇ ਵਾਲੇ ਕਿਸੇ ਹੋਰ ਨੂੰ ਜਿਤਾ ਦੇਣ ਤੇ ਸੰਗਰੂਰ ਵਾਲੇ ਕਿਸੇ ਹੋਰ ਨੂੰ। ਇਹਨਾਂ 543 ਬੰਦਿਆਂ 'ਚੋਂ ਕਿਹੜੀ ਪਾਰਟੀ ਆ ਜਿਹੜੀ ਆਪਣੇ ਆਪ ਨੂੰ ਲੋਕ ਸਭਾ ਦੇ ਇਲੈਕਸ਼ਨਸ 'ਚ ਜੇਤੂ ਡਿਕਲੇਅਰ ਕਰਦੀ ਆ? ਜਿਹੜੀ ਪਾਰਟੀ ਨੂੰ ਸਭ ਤੋਂ ਵੱਧ ਸੀਟਾਂ ਮਿਲਣ। ਇੱਥੇ ਕਹਾਣੀ ਗਲਤ ਹੋ ਗਈ ਆ। ਜੇ ਮੈਨੂੰ ਕੋਈ ਕਹਿ ਦੇ ਕਿ ਇੱਕ ਪਾਰਟੀ ਨੂੰ 250 ਸੀਟਾਂ ਮਿਲੀਆਂ, ਕਿੰਨੀਆਂ? ਇੱਕ ਪਾਰਟੀ ਨੂੰ 250 ਸੀਟਾਂ ਮਿਲੀਆਂ, ਦੂਜੀ ਪਾਰਟੀ ਨੂੰ ਮਿਲੀਆਂ 200 ਸੀਟਾਂ, ਤੇ ਕਿੰਨੀਆਂ ਹੋ ਗਈਆਂ ਆਪਣੇ ਕੋਲ? 450। ਤੇ ਅਗਲੀ ਨੂੰ ਕਿੰਨੀਆਂ ਮਿਲੀਆਂ? 93 ਹੋ ਗਈਆਂ ਪੂਰੀਆਂ। ਕਿ ਜਿਹੜੀ ਪਾਰਟੀ ਨੂੰ 250 ਸੀਟਾਂ ਮਿਲੀਆਂ ਹੈ ਕਿ ਉਹ ਪਾਰਟੀ ਲੋਕ ਸਭਾ ਦੇ ਇਲੈਕਸ਼ਨ ਜਿੱਤ ਗਈ? ਨਹੀਂ। ਇੱਥੇ ਪੱਲੇ ਬੰਨ੍ਹ ਲਿਓ, ਜਦੋਂ ਇੱਕ ਉਮੀਦਵਾਰ ਨੇ ਆਪਣੇ ਇਲਾਕੇ 'ਚੋਂ ਜਿੱਤਣਾ ਸੀ, ਆਪਣੇ ਹਲਕੇ 'ਚੋਂ, ਇਲਾਕਾ ਨਹੀਂ ਕਹਿਣਾ, ਜਾਂ ਪੰਜਾਬੀ ਵਾਲੇ ਹਲਕਾ ਕਹਿਣਗੇ, ਇੰਗਲਿਸ਼ ਵਾਲੇ ਕੌਂਸਟੀਟੂਐਂਸੀ ਕਹਿਣਗੇ, ਉਦੋਂ 50% ਦੀ ਕੋਈ ਸ਼ਰਤ ਨਹੀਂ। ਪਰ ਜਦੋਂ ਪੂਰੀ ਪਾਰਟੀ ਨੇ ਜਿੱਤਣਾ ਹੈ, ਜਿੱਥੋਂ ਪੂਰੀ ਪਾਰਟੀ ਨੇ ਜਿੱਤਣਾ ਹੈ, ਉੱਥੇ ਸ਼ਰਤ 50% ਵਾਲੀ ਆ ਕਿ ਤੁਹਾਨੂੰ 543 ਦਾ 50%, 271.5 ਤੋਂ ਵੱਧ, ਜਾਨੀ ਕਿ 272 ਸੀਟਾਂ ਹੋਣੀਆਂ ਜ਼ਰੂਰੀ ਆ। ਕਿੰਨੀਆਂ ਸੀਟਾਂ ਹੋਣੀਆਂ ਜ਼ਰੂਰੀ ਆ? 272 ਸੀਟਾਂ ਹੋਣੀਆਂ ਜ਼ਰੂਰੀ ਆ। ਦਿਸ ਇਜ਼ ਮੈਜਿਕ ਨੰਬਰ ਆਫ ਇੰਡੀਅਨ ਲੋਕ ਸਭਾ। ਭਾਰਤ ਦੀ ਲੋਕ ਸਭਾ ਦੇ ਵਿੱਚ 272, ਇਸ ਕਰਕੇ 250 ਵਾਲਾ ਵੀ ਹਾਰ ਗਿਆ, 200 ਵਾਲਾ ਵੀ ਹਾਰ ਗਿਆ ਤੇ 93 ਵਾਲਾ ਵੀ ਹਾਰ ਗਿਆ। ਫਿਰ ਜਿੱਤੂਗਾ ਕੌਣ? ਐਵੇਂ ਤਾਂ ਕੋਈ ਵੀ ਹਾਰ ਸਕਦਾ ਹੈ। ਕੀ ਪਤਾ ਆਹ ਦੋਵੇਂ ਮਿਲ ਕੇ ਗੱਠਜੋੜ ਕਰ ਲੈਣ। ਪੰਜਾਬੀ 'ਚ ਗੱਠਜੋੜ ਤੇ ਇੰਗਲਿਸ਼ 'ਚ ਕਹਿਣਗੇ ਕੋਲੇਸ਼ਨ। ਇਹ ਕੋਲੇਸ਼ਨ ਇਹਨਾਂ ਨੇ ਕਿਹਨੂੰ ਸਾਬਤ ਕਰਨਾ ਹੈ? ਇਸ ਦੇਸ਼ ਦੇ ਰਾਸ਼ਟਰਪਤੀ ਨੂੰ। ਇਹ ਦੋ ਪੋਲੀਟੀਕਲ ਪਾਰਟੀਆਂ ਵਾਲੇ ਬੰਦੇ ਇਕੱਠੇ ਹੋ ਕੇ ਗੱਠਜੋੜ ਯਾਨੀ ਕਿ ਕੋਲੇਸ਼ਨ ਕਰਕੇ ਇਹ ਸਾਬਤ ਕਰ ਸਕਦੇ ਆ। ਇਸ ਤਰੀਕੇ ਨਾਲ ਸਾਡੇ ਦੇਸ਼ 'ਚ ਲੋਕ ਸਭਾ ਭਰਦੀ ਆ। ਦੱਸੋ, ਲੋਕ ਸਭਾ ਦੇ ਭਰਨ ਦਾ ਕਨਸੈਪਟ ਸਮਝ ਆ ਗਿਆ? ਤੁਸੀਂ ਇਸ ਚੀਜ਼ ਨੂੰ ਬਹੁਤ ਧਿਆਨ ਨਾਲ ਸਮਝਿਓ ਕਿ ਅਪ੍ਰੈਲ 1952 ਵਿੱਚ ਪਹਿਲੀ ਵਾਰ ਲੋਕ ਸਭਾ ਬਣੀ ਸੀ, ਫਿਰ 5-5 ਸਾਲ ਬਾਅਦ ਬਣਦੀ ਆਈ। ਜੇ ਮੈਂ ਲੋਕ ਸਭਾ ਬਾਰੇ, ਹਜੇ ਮੈਂ ਸਿਰਫ ਲੋਕ ਸਭਾ ਤੇ ਸਟ੍ਰੈਸ ਦੇ ਰਿਹਾ, ਛੋਟੀਆਂ ਗੱਲਾਂ ਦੱਸ ਰਿਹਾ ਮੈਂ ਤੁਹਾਨੂੰ। ਪੇਪਰ 'ਚ ਬਹੁਤ ਕੁਝ, ਜੇ ਤੁਸੀਂ ਜੋ ਵੀ ਕੁਝ ਮੈਂ ਬੋਲ ਰਿਹਾ ਨਾ, ਜੇ ਤੁਸੀਂ ਇਹਨੂੰ ਵੀ ਚੰਗੀ ਤਰ੍ਹਾਂ ਨੋਟ ਕਰ ਲਿਆ, ਨੋਟ ਕਰਨ ਦਾ ਮਤਲਬ ਇਹ ਨਹੀਂ ਕਾਪੀ ਤੇ ਨੋਟ ਕਰ ਲਿਆ, ਸੁਣ ਵੀ ਲਿਆ, ਤੁਹਾਡੇ ਅੱਧੇ ਜ਼ਿਆਦਾ ਪੇਪਰ ਦਾ ਹੱਲ ਇੱਥੇ ਹੋ ਜਾਊਗਾ। ਲੋਕ ਸਭਾ 1952 'ਚ ਬਣੀ ਆ, ਅਪ੍ਰੈਲ 1952 'ਚ ਬਣੀ ਆ। ਐਗਜ਼ੈਕਟ ਤਰੀਕ ਤਾਂ ਮੈਨੂੰ ਪਤਾ ਨਹੀਂ, ਪਰ ਤੁਹਾਡੇ ਪੇਪਰਾਂ 'ਚ ਜਿਵੇਂ PSSB ਦਾ ਅੱਜ ਕੱਲ੍ਹ ਦਾ ਟਰੈਂਡ ਚੱਲਿਆ ਨਾ, ਮੈਂ ਇਹ ਵੀ ਗੱਲ ਦੱਸਦਾ, PSSB ਦੇ ਪੇਪਰਾਂ ਦਾ ਹੁਣ ਸਿੱਧਾ ਠੇਕਾ ਨਾਈਲੈਟ ਕੋ ਚਲੇ ਗਿਆ। ਨਾਈਲੈਟ ਇੱਕ ਅਜਿਹੀ ਸੰਸਥਾ ਹੈ ਮੋਹਾਲੀ ਦੀ ਜਿਹੜੀ PSSB ਦੇ ਪੇਪਰ ਬੈਕ ਐਂਡ ਤੇ ਤਿਆਰ ਕਰੂਗੀ। ਤੇ ਨਾਈਲੈਟ ਜਦੋਂ ਪੇਪਰ ਤਿਆਰ ਕਰਦੀ ਹੈ ਨਾ, ਤੇ ਨਾਈਲੈਟ ਦਾ ਅੱਜ ਕੱਲ੍ਹ ਦਾ ਟਰੈਂਡ ਵੀ ਸੁਣ ਲਓ, ਨਾਈਲੈਟ ਚੱਲਦੀ ਆ ਫੈਕਟ ਬੇਸਡ ਹੋ ਕੇ। ਮਤਲਬ ਉਹ ਇਹ ਤਰੀਕ ਵੀ ਪੁੱਛ ਸਕਦੇ ਆ। ਮੈਨੂੰ ਤਰੀਕ ਨਹੀਂ ਯਾਦ ਕਿਉਂਕਿ ਮੈਂ ਮੈਟਰ ਨਹੀਂ ਕਰਦੀ, ਪਰ ਤੁਹਾਨੂੰ ਨੋਟਸ ਦੇ ਵਿੱਚੋਂ ਪੜ੍ਹ ਕੇ ਤਰੀਕ ਤੱਕ ਵੀ ਯਾਦ ਕਰਨੀ ਪਊਗੀ ਕਿ ਜੀ ਇੰਨੀ ਅਪ੍ਰੈਲ 1952 ਨੂੰ ਲੋਕ ਸਭਾ ਬਣੀ ਸੀ। ਤਰੀਕਾਂ ਸਮਝ ਆ ਗਈਆਂ ਕਿਉਂ ਇੰਪੋਰਟੈਂਟ ਆ? ਨਾਈਲੈਟ ਦੇ ਪੇਪਰਾਂ 'ਚ ਤਰੀਕਾਂ ਇੰਪੋਰਟੈਂਟ ਆ ਤੇ PSSB ਦੇ ਸਾਰੇ ਪੇਪਰ ਨਾਈਲੈਟ ਨੇ ਸੈੱਟ ਕਰਨੇ ਆ। ਨਾਈਲੈਟ ਤੇ ਨਿਟਰ ਇਹ ਦੋ ਹੀ ਏਜੰਸੀਆਂ ਸੀ ਜਿਹੜੀਆਂ PSSB ਦੇ ਪੇਪਰ ਬੈਕ ਐਂਡ ਤੇ ਸੈੱਟ ਕਰਦੀਆਂ ਸੀ। 3 ਏਜੰਸੀਆਂ, ਇੱਕ ਨਾਈਲੈਟ, ਇੱਕ ਨਿਟਰ, ਇੱਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤਾਂ ਪਹਿਲੀ ਸਰਕਾਰ ਨੇ ਬਲੈਕ ਲਿਸਟ ਕਰਤੀ ਸੀ ਕਰਪਸ਼ਨ ਕਰਕੇ। ਨਿਟਰ ਨੂੰ ਇਸ ਸਰਕਾਰ ਨੇ ਬਲੈਕ ਲਿਸਟ ਕਰਤਾ ਕਿ ਇਹਨਾਂ ਦਾ ਵੀ ਟਰੈਕ ਰਿਕਾਰਡ ਖਰਾਬ ਹੀ ਆ, ਬਹੁਤਾ ਜ਼ਿਆਦਾ ਸਹੀ ਨਹੀਂਗਾ। ਬਚੀ ਇਕੱਲੀ ਨਾਈਲੈਟ, ਕਾਫੀ ਇਮਾਨਦਾਰ ਏਜੰਸੀ ਆ। ਪੇਪਰ ਜਿਹੜੀ ਆ ਪਾਉਣ ਲੱਗੇ ਇਸ ਗੱਲ ਦਾ ਖਾਸ ਧਿਆਨ ਰੱਖਦੀ ਆ ਕਿ ਫੈਕਟਸ ਬਹੁਤ ਪੁੱਛਦੀ ਆ। ਸੋ ਇਸ ਚੀਜ਼ ਦਾ ਥੋੜ੍ਹਾ ਜਿਹਾ ਧਿਆਨ ਰੱਖਿਓ। ਫੈਕਟਸ
ਹਮੇਸ਼ਾ ਯਾਦ ਕਰਿਓ, ਜੇ ਤੁਸੀਂ PSSB ਦੇ ਪੇਪਰ ਦੇਣਾ ਚਾਹੁੰਦੇ ਹੋ, PPSC ਇਗਨੋਰ ਕਰ ਦਿੰਦੀ ਹੈ ਫੈਕਟ, ਉੱਥੇ ਬਹੁਤ ਜ਼ਿਆਦਾ ਫੈਕਚੁਅਲ ਹੋਣ ਦੀ ਕੋਈ ਬਹੁਤੀ ਲੋੜ ਨਹੀਂ। ਹਾਂ, ਜਦ ਹਜੇ ਆਪਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਪੁਲਿਸ ਦਾ ਪੇਪਰ ਜਿਹੜਾ ਪ੍ਰੋਪਰਲੀ ਕੌਣ ਲਊਗਾ, ਕਿਉਂਕਿ ਦੇਖੋ ਪੇਪਰ ਦਾ ਜਿਹੜਾ ਠੇਕਾ ਹੈ ਪੰਜਾਬ ਪੁਲਿਸ ਦਾ ਉਹ ਤਾਂ TCS ਕੋਲ ਹੀ ਰਹਿਣਾ ਹੈ, ਕਿਉਂਕਿ ਅਗਲਿਆਂ ਨੂੰ ਪੈਸੇ ਦਿੱਤੇ ਹੋਏ ਆ। ਪਰ ਪੇਪਰ ਇਸ ਵਾਰ TCS ਨਹੀਂ ਸੈੱਟ ਕਰੂਗੀ, ਬਿਕੋਜ਼ ਆਫਲਾਈਨ ਪੇਪਰ ਦਾ ਤਜਰਬਾ TCS ਕੋਲ ਹੈ ਨਹੀਂ, ਤਾਂ ਰਿਕਰੂਟਮੈਂਟ ਬੋਰਡ ਖੁਦ ਪੇਪਰ ਸੈੱਟ ਕਰੂਗਾ, ਜਿਹੜਾ ਉਹਨਾਂ ਦਾ ਭਰਤੀ ਬੋਰਡ ਆ, ਠੀਕ ਆ। ਤੇ ਜਦੋਂ ਪੰਜਾਬ 'ਚ ਨਹੀਂ, ਪੰਜਾਬ ਆਪਣਾ ਕੀ ਨਾਮ ਇਹਦਾ, ਇਹ ਪੰਜਾਬ ਪੁਲਿਸ ਬੋਰਡ ਆ, ਇਹ ਜਦੋਂ ਪੇਪਰ ਸੈੱਟ ਕਰਵਾਉਂਦਾ, ਜਿਵੇਂ ਇਸ ਵਾਰ ਦਾ ਵੀ ਪੇਪਰ ਸੀਗਾ, ਇਹਨਾਂ ਕੋਲ 2-3 ਬੈਸਟ ਆਪਸ਼ਨਸ ਨੇ, ਜਾਂ ਤਾਂ ਲਵਲੀ ਤੋਂ ਪੇਪਰ ਸੈੱਟ ਕਰਾਉਂਦੇ ਆ, ਲਵਲੀ ਯੂਨੀਵਰਸਿਟੀ ਤੋਂ, ਤੇ ਜਾਂ PSSB ਤੋਂ ਨਾਈਲੈਟ ਤੋਂ ਸੈੱਟ ਕਰਾਉਣਗੇ, ਤੇ ਦੋਵਾਂ ਦਾ ਪੇਪਰ ਪਾਉਣ ਦਾ ਤਰੀਕਾ ਆਲਮੋਸਟ ਸੇਮ ਆ, ਠੀਕ ਆ। ਤੇ ਤਜਰਬਾ ਤੁਹਾਨੂੰ ਮੈਂ ਨਾਲ ਦੀ ਨਾਲ ਸ਼ੇਅਰ ਕਰੀ ਜਾਂਦਾ ਕਿ ਆਹ ਚੀਜ਼ਾਂ ਕਰੋਗੇ ਤਾਂ ਤੁਸੀਂ PSSB ਤੇ ਪੰਜਾਬ ਪੁਲਿਸ 'ਚ, ਤੇ ਫਲਾਣੀ ਚੀਜ਼ ਕਰੋਗੇ ਤਾਂ PPSC 'ਚ। ਇਹ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਇੱਕ ਏਜੰਸੀ ਕੀ ਸੋਚਦੀ ਹੈ ਪੇਪਰ ਪਾਉਣ ਲੱਗੇ, ਸਮਾਂ ਨਹੀਂ ਖਰਾਬ ਕਰਦੇ। ਪਰ ਇਹ ਦੱਸੋ, ਲੋਕ ਸਭਾ ਬਾਰੇ ਇੱਕ ਗੱਲ ਸਮਝ ਆ ਗਈ ਕਿ ਲੋਕ ਸਭਾ 'ਚ ਇੱਕ ਬੰਦੇ ਦੇ ਜਿੱਤਣਾ ਹੋਵੇ ਤਾਂ ਫਾਰਮੂਲਾ ਲੱਗਦਾ ਫਸਟ ਪਾਸਟ ਦੀ ਪੋਸਟ, ਤੇ ਜੇ ਪਾਰਟੀ ਨੇ ਜਿੱਤਣਾ ਹੋਵੇ ਉੱਥੇ ਫਾਰਮੂਲਾ ਪਤਾ ਕਿਹੜਾ ਲੱਗਦਾ ਹੈ, 50% ਵਾਲਾ। ਹੁਣ ਤੁਸੀਂ ਕਹੋਗੇ ਇਹਨੂੰ ਕਹਿੰਦੇ ਕੀ ਆ ਪੰਜਾਬੀ 'ਚ, ਸੰਪੂਰਨ ਬਹੁਮਤ, ਤੇ ਇੰਗਲਿਸ਼ 'ਚ ਕਹਿੰਦੇ ਆ ਐਬਸੋਲੂਟ ਮੈਜੋਰਟੀ। ਪਾਰਟੀ ਦੇ ਜਿੱਤਣ ਤੇ ਫਾਰਮੂਲਾ ਲੱਗਦਾ ਐਬਸੋਲੂਟ ਮੈਜੋਰਟੀ, ਪੰਜਾਬੀ ਹੁੰਦੀ ਆ 50% ਸੀਟਾਂ ਦਾ ਜਿੱਤਣਾ। ਤੇ ਇੱਕ ਬੰਦੇ ਦੇ ਜਿੱਤਣ ਤੇ ਫਾਰਮੂਲਾ ਕਿਹੜਾ ਲੱਗਦਾ ਹੈ, ਫਸਟ ਪਾਸਟ ਦੀ ਪੋਸਟ, ਪਹਿਲਾਂ ਜਿਹੜਾ ਕਿਲਾ ਫਤਿਹ ਕਰ ਗਿਆ ਉਹ ਜਿੱਤੂਗਾ। ਕਹਾਣੀ ਕਲੀਅਰ ਹੋ ਗਈ। ਲੋਕ ਸਭਾ ਪੂਰੇ ਭਾਰਤ 'ਚੋਂ ਭਰੀ ਜਾਂਦੀ ਆ। ਭਾਰਤ 'ਚ ਲੋਕ ਸਭਾ ਦੇ 543 ਹਲਕੇ ਆ, 543 ਕੌਂਸਟੀਟੂਐਂਸੀਜ਼ ਆ। ਪੂਰੇ ਭਾਰਤ ਨੂੰ ਦੀਆਂ ਕੌਂਸਟੀਟੂਐਂਸੀਜ਼ ਸਾਰੀਆਂ ਸਟੇਟਾਂ 'ਚ ਵੰਡੀਆਂ ਗਈਆਂ ਹੈ। ਪਹਿਲਾ ਸਵਾਲ, ਕੀ ਸਾਰੀਆਂ ਸਟੇਟਾਂ 'ਚ ਬਰਾਬਰ ਵੰਡੀਆਂ ਗਈਆਂ? ਗਲਤ। ਦੂਜਾ ਸਵਾਲ, ਕਿ ਕੀ ਇਹ ਕੌਂਸਟੀਟੂਐਂਸੀਜ਼ ਏਰੀਆ ਵਾਈਜ਼ ਵੰਡੀਆਂ ਗਈਆਂ? ਗਲਤ। ਭਾਰਤ ਦੇ ਵਿੱਚ ਕੌਂਸਟੀਟੂਐਂਸੀਜ਼ ਵੰਡੀਆਂ ਗਈਆਂ ਪੋਪੂਲੇਸ਼ਨ ਵਾਈਜ਼। ਕਿਹਦੇ ਵਾਈਜ਼? ਪੋਪੂਲੇਸ਼ਨ। ਜਿਹੜੀ ਸਟੇਟ ਦੀ ਜਨਸੰਖਿਆ ਜ਼ਿਆਦੀ ਉੱਥੇ ਕੌਂਸਟੀਟੂਐਂਸੀਜ਼ ਜ਼ਿਆਦੀਆਂ, ਜਿੱਥੇ ਜਨਸੰਖਿਆ ਘੱਟ ਉੱਥੇ ਕੌਂਸਟੀਟੂਐਂਸੀਜ਼ ਕੀ ਆ? ਘੱਟ। ਹਾਂਜੀ, ਹੁਣ ਇੱਕ ਗੱਲ ਬਹੁਤ, ਇਹ ਪੂਰੀ ਲੋਕ ਸਭਾ ਨੂੰ ਲੈ ਕੇ ਮੈਂ ਪਤਾ ਕੀ ਕਰ ਰਿਹਾ, ਲੋਕ ਸਭਾ ਨੂੰ ਲੈ ਕੇ ਪੂਰੀ ਡੀਕੋਡਿੰਗ। ਮੈਂ ਅੱਜ ਰਾਜ ਸਭਾ ਬਾਰੇ ਜਾਣਾ ਹੀ ਨਹੀਂ, ਅਜੇ ਸਿਰਫ ਤੇ ਸਿਰਫ ਲੋਕ ਸਭਾ ਬਾਰੇ, ਤੇ ਲੋਕ ਸਭਾ 'ਚੋਂ ਕਿਵੇਂ। ਤੇ ਮੈਂ ਇਹ ਕਹਿ ਰਿਹਾ ਕਿ ਕੱਲ੍ਹ ਵਾਲਾ ਲੈਕਚਰ ਲਾਉਣ ਆਉਣਾ ਹੈ, ਉਸ ਤੋਂ ਪਹਿਲਾਂ ਇਹ ਤਾਂ